ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਤੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਮੋਰਚੇ ਦੀ, ਕਿਸਾਨੀ ਮੋਰਚੇ ਤੋਂ ਸਿਆਸੀ ਮੋਰਚੇ ਦੀ। ਕੇਂਦਰ ਦੀ ਸਰਕਾਰ ਦੇ ਨਾਲ ਮੱਥਾ ਲਗਾਉਣ ਵਾਲੇ ਕਿਸਾਨ ਆਗੂ ਹੁਣ ਚੋਣ ਮੈਦਾਨ ਦੇ ਵਿੱਚ ਸਿਆਸੀ ਧੁਰੰਧਰਾਂ ਦੇ ਨਾਲ ਟੱਕਰ ਲੈਣ ਨੂੰ ਤਿਆਰ ਨੇ ਤੇ ਦੋ ਹੱਥ ਸਾਰੀਆਂ 117 ਸੀਟਾਂ ਦੇ ਉੱਤੇ ਕਰਨ ਦਾ ਮਨ ਵੀ ਬਣਾ ਲਿਆ, ਐਲਾਨ ਵੀ ਕਰ ਦਿੱਤਾ ਹੈ। ਖੈਰ, ਕਿਸਾਨਾਂ ਦੇ ਐਲਾਨ ਤੋਂ ਬਾਅਦ ਹੁਣ ਸਵਾਲ ਬਹੁਤ ਸਾਰੇ ਨੇ। ਸਵਾਲ ਇਹ ਹੋਇਆ ਕਿ ਪੰਜਾਬ ਦੇ ਸਿਆਸੀ ਸਮੀਕਰਨ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਬਦਲ ਜਾਣਗੇ ਕਿ ਪੰਜਾਬੀਆਂ ਨੂੰ ਇੱਕ ਵੱਖਰਾ ਸਿਆਸੀ ਫਰੰਟ ਦੇਣ ਦੇ ਵਿੱਚ ਜਥੇਬੰਦੀਆਂ ਕਾਮਯਾਬ ਹੋ ਪਾਉਣਗੀਆਂ। ਸਵਾਲ ਤਾਂ ਇਹ ਵੀ ਹੈ ਕਿ ਕਿਸਾਨਾਂ ਦਾ ਸਿਆਸੀ ਮੋਰਚਾ ਕਿਹੜੀ ਪਾਰਟੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਜਾਂ ਕਿਹੜੀ ਪਾਰਟੀ ਦੇ ਖਿਲਾਫ ਜਾ ਸਕਦਾ ਹੈ ਜਾਂ ਕਿਹੜੀ ਪਾਰਟੀ ਦੇ ਨਾਲ ਗਠਜੋੜ ਕਰ ਸਕਦਾ ਹੈ। ਕਿ ਸਾਰੀਆਂ ਸਿਆਸੀ ਪਾਰਟੀਆਂ ਅੱਜ ਰੈਡੀ ਨੇ ਕਿ ਕਿਸਾਨਾਂ ਦੇ ਨਾਲ ਜਾ ਕੇ ਗਠਜੋੜ ਕਰ ਲਿਆ ਜਾਵੇ ਕਿ ਜੇ ਕਿਸਾਨਾਂ ਦੇ ਨਾਲ ਗਠਜੋੜ ਹੁੰਦਾ ਤਾਂ ਨਫਾ ਨੁਕਸਾਨ ਉਹਨਾਂ ਦੇ ਧਿਆਨ ਦੇ ਵਿੱਚ ਹੋਏਗਾ। ਪਰ ਇੱਕ ਵੱਖਰੀ ਰਾਏ ਵੀ ਕਿਸਾਨਾਂ ਦੇ ਵਿੱਚ ਨਜ਼ਰ ਆਈ ਕਿਉਂਕਿ ਮਤਭੇਦ ਨਜ਼ਰ ਆਏ ਨੇ। ਕਈ ਜਥੇਬੰਦੀਆਂ ਦੇ ਵੱਲੋਂ ਚੋਣਾਂ ਲੜਨ ਤੋਂ ਐਲਾਨ ਕੀਤਾ ਗਿਆ, ਇਸ ਦੇ ਖਿਲਾਫ ਉਹਨਾਂ ਦੇ ਵੱਲੋਂ ਆਵਾਜ਼ ਬੁਲੰਦ ਕੀਤੀ ਗਈ। ਖੈਰ, ਸਾਰੇ ਸਮੀਕਰਨਾਂ ਦੀ ਗੱਲ ਹੋਵੇਗੀ ਕਿਉਂਕਿ ਸਿਆਸਤ 'ਚ ਕੁੱਦੇ ਕਿਸਾਨ ਆਗੂਆਂ ਦਾ ਦਿਲ ਮੰਗੇ ਮੋੜ। ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਮੋਰਚਾ ਜਿੱਤਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਸਿਆਸੀ ਮੋਰਚਾ ਬਣਾ ਲਿਆ। ਨਾਮ ਰੱਖਿਆ ਗਿਆ ਸੰਯੁਕਤ ਸਮਾਜ ਮੋਰਚਾ। ਮੋਰਚੇ ਦਾ ਲੀਡਰ ਚੁਣਿਆ ਕਿਸਾਨੀ ਅੰਦੋਲਨ ਦਾ ਚਿਹਰਾ ਬਣੇ ਬਲਬੀਰ ਸਿੰਘ ਰਾਜੇਵਾਲ ਨੂੰ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ 22 ਕਿਸਾਨ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਪੰਜਾਬ ਦੇ ਸਿਆਸੀ ਪਿੜ ਦੇ ਵਿੱਚ ਉਤਰਨ ਦਾ ਫੈਸਲਾ ਕੀਤਾ ਹੈ ਅਤੇ ਉਹਨਾਂ ਦੀ ਤਿਆਰੀ 117 ਸੀਟਾਂ ਦੇ ਲਈ ਹੈ। ਪੰਜਾਬ ਦੇ ਆਂਦੀ ਹਰ ਵਰਗ ਦੀ ਮੰਗ ਤੇ, ਕਿਉਂਕਿ ਜਥੇਬੰਦੀਆਂ ਕਿਸਾਨ ਸੀਗੀਆਂ, ਕਿਸਾਨੀ ਜਥੇਬੰਦੀਆਂ ਸੀ। ਇਹ ਅੰਦੋਲਨ ਕਿਸਾਨੀ ਜਥੇਬੰਦੀਆਂ ਨੇ ਸ਼ੁਰੂ ਕੀਤਾ ਪਰ ਇਹ ਜਨ ਅੰਦੋਲਨ ਬਣ ਗਿਆ ਸੀ। ਤੇ ਅੱਜ ਜਨ ਦੀ ਆਵਾਜ਼ ਸੁਣਦੇ ਹੋਏ ਤੁਹਾਡੇ ਮੂਹਰੇ ਪੰਜਾਬ ਦੇ ਵਿੱਚ ਨਵਾਂ ਇੱਕ ਮੋਰਚਾ ਪੇਸ਼ ਕਰ ਰਹੇ ਹਾਂ ਜਿਹਦਾ ਨਾਮ ਸੰਯੁਕਤ ਸਮਾਜ ਮੋਰਚਾ। ਤੇ ਹਰ ਵਰਗ ਉਹਦੇ ਵਿੱਚ ਆਪ ਦਾ ਹਿੱਸਾ ਪਾਊਗਾ, ਅਸੀਂ ਉਹਦੇ ਮੋਹਰੀ ਜ਼ਰੂਰ ਹੋਵਾਂਗੇ। ਕਿਸਾਨ ਆਗੂ ਨੇ ਵੀ ਦਾਅਵਾ ਕੀਤਾ ਕਿ ਸਿਆਸੀ ਮੋਰਚੇ ਦੇ ਲਈ ਅਜੇ ਤੱਕ 22 ਕਿਸਾਨ ਜਥੇਬੰਦੀਆਂ ਦੀ ਸਹਿਮਤੀ ਬਣੀ ਹੈ ਅਤੇ ਅਗਲੇ ਦਿਨਾਂ ਦੇ ਵਿੱਚ 3 ਹੋਰ ਜਥੇਬੰਦੀਆਂ ਉਹਨਾਂ ਦੇ ਨਾਲ ਆਉਣਗੀਆਂ। ਸਾਡੇ ਕੋਲ ਇਸ ਟਾਈਮ ਮੌਜੂਦ ਇੱਥੇ 22 ਜਥੇਬੰਦੀਆਂ ਨੇ ਫੈਸਲਾ ਕੀਤਾ ਕਿਉਂਕਿ ਪਿਛਲੇ ਸਮੇਂ ਤੁਸੀਂ ਸਾਰਿਆਂ ਨੇ ਕਵਰ ਕੀਤਾ। ਤੇ ਦੂਜੀਆਂ ਜਿਹੜੀਆਂ 3 ਜਥੇਬੰਦੀਆਂ ਸਾਡੇ ਨਾਲ ਸਹਿਮਤ ਨੇ ਉਹ ਅੱਜ ਮੀਟਿੰਗ ਕਰ ਰਹੀਆਂ ਨੇ। ਉਹਨਾਂ ਦੇ ਕੁਝ ਕਨਸਟੀਟਿਊਸ਼ਨਲ ਅੜਕਣਾ ਨੇ ਜਿਹੜੀਆਂ ਉਹ ਕਹਿੰਦੇ ਸੀ ਉਹ ਕੱਢਣ ਤੋਂ ਬਾਅਦ ਤੁਹਾਡਾ ਇਹ ਸਾਥ ਦੇਵਾਂਗੇ। ਇਹਨਾਂ ਦਾ ਸਾਡੇ ਮੋਰਚੇ ਦਾ ਚਿਹਰਾ ਚੁਣੇ ਗਏ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਲੋਕਾਂ ਦਾ ਦਬਾਅ ਸੀ ਕਿ ਸਿਆਸੀ ਪਿੜ ਦੇ ਵਿੱਚ ਆਇਆ ਜਾਵੇ। ਲੋਕਾਂ ਦੀ ਮੰਗ ਸੀ ਕਿ ਸਿਆਸੀ ਸਿਸਟਮ ਗੰਦਾ ਹੋ ਗਿਆ ਹੈ, ਉਸ ਨੂੰ ਸਾਫ਼ ਕੀਤਾ ਜਾਵੇ। ਲੋਕਾਂ ਦੀ ਇਹ ਮੰਗ ਹੈ, ਬਹੁਤ ਪ੍ਰੈਸ਼ਰ ਹੈ। ਲੋਕੀ ਟੈਲੀਫੋਨ ਕਰ ਕਰਕੇ ਬੜਾ ਪਰੇਸ਼ਾਨ ਕਰਦੇ ਨੇ ਵੀ ਫੈਸਲਾ ਲਓ, ਫੈਸਲਾ ਲਓ। ਤੋਂ ਸਾਰੀਆਂ ਜਥੇਬੰਦੀਆਂ ਨੇ ਮਿਲ ਕੇ ਅੱਜ ਇੱਥੇ ਫੈਸਲਾ ਕੀਤਾ ਵੀ ਅਸੀਂ ਇੱਕ ਪੋਲੀਟੀਕਲ ਬਦਲ ਦੇਣਾ ਹੈ। ਆਮ ਆਦਮੀ ਪਾਰਟੀ ਦੇ ਨਾਲ ਸੰਭਾਵੀ ਗੱਠਜੋੜ ਤੇ ਜਦੋਂ ਰਾਜੇਵਾਲ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਪੂਰੀ ਤਰ੍ਹਾਂ ਇਸ ਨੂੰ ਰੱਦ ਨਹੀਂ ਕੀਤਾ ਪਰ ਇਹ ਕਿਹਾ ਕਿ ਹਾਲੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ। ਆਮ ਆਦਮੀ ਪਾਰਟੀ ਦੇ ਨਾਲ ਚਰਚਾਵਾਂ ਚੱਲ ਰਹੀਆਂ ਸੀਗੀਆਂ ਕਿ ਉਹ ਮੀਡੀਆ ਚਰਚਾਵਾਂ ਨੇ, ਨਹੀਂ ਤੁਹਾਡੇ ਨਾਲ ਕੋਈ ਨਹੀਂ ਗੱਲਬਾਤ ਹੋਈ? ਕੋਈ ਗੱਲ नहीं। सपोर्ट करोगे आम आदमी पार्टी के साथ जाएगा आने वाले समय में सर? नहीं, अभी नहीं। ਇਸ ਤੋਂ ਪਹਿਲਾਂ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਨੇ ਮਿਸ਼ਨ ਪੰਜਾਬ ਚਲਾਇਆ ਹੋਇਆ ਹੈ। ਉਹਨਾਂ ਨੇ ਸੰਯੁਕਤ ਸੰਘਰਸ਼ ਪਾਰਟੀ ਬਣਾਈ ਹੈ। ਇਹ ਦੇਖਣਾ ਹੋਵੇਗਾ ਕਿ ਚਡੂਨੀ ਗਰੁੱਪ ਤੇ ਸੰਯੁਕਤ ਸਮਾਜ ਮੋਰਚਾ ਇਕੱਠੇ ਹੁੰਦੇ ਨੇ ਜਾਂ ਫਿਰ ਨਹੀਂ। ਦੂਜਾ ਪੱਖ ਇਹ ਵੀ ਹੈ ਕਿ ਪੰਜਾਬ ਦੀਆਂ ਕੁਝ ਵੱਡੀਆਂ ਕਿਸਾਨ ਜਥੇਬੰਦੀਆਂ ਜਿਵੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਖੁਦ ਨੂੰ ਇਸ ਸਿਆਸੀ ਮੋਰਚੇ ਤੋਂ ਵੱਖ ਰੱਖਿਆ ਹੈ। ਚੰਡੀਗੜ੍ਹ ਤੋਂ ਪੰਕਜ ਕਪਾਹੀ, ਨਿਊਜ਼ 18। ਅੱਜ ਗੱਲਬਾਤ ਇਸ ਮੁੱਦੇ ਉੱਤੇ ਹੀ ਹੋਏਗੀ ਕਿ ਸਿਆਸੀ ਸਮੀਕਰਨ ਕਿਸ ਤਰੀਕੇ ਦੇ ਰਹਿ ਸਕਦੇ ਨੇ ਕਿਸਾਨਾਂ ਦੇ ਵੱਲੋਂ ਚੋਣ ਪਿੜ ਦੇ ਵਿੱਚ ਉਤਰਨ ਦੇ ਐਲਾਨ ਤੋਂ ਬਾਅਦ ਤੇ ਦੂਜੇ ਪਾਸੇ ਨਫਾ ਨੁਕਸਾਨ ਕਿਸ ਦਾ, ਗਠਜੋੜ ਕਿਸ ਦੇ ਨਾਲ, ਇਸ ਦੇ ਉੱਤੇ ਗੱਲਬਾਤ ਹੋਏਗੀ। ਮਹਿਮਾਨਾਂ ਦੇ ਨਾਲ ਤਾਰੂਫ ਕਰਵਾਉਂਦੇ ਹਾਂ ਸਭ ਤੋਂ ਪਹਿਲਾਂ, ਉਸ ਤੋਂ ਬਾਅਦ ਚਰਚਾ ਦਾ ਆਗਾਜ਼। ਕੁਲਤਾਰ ਸਿੰਘ ਸੰਧਵਾ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਵਿਧਾਇਕ ਜੁੜ ਰਹੇ ਨੇ। ਸੰਧਵਾ ਸਾਹਿਬ ਬਹੁਤ ਬਹੁਤ ਸਵਾਗਤ ਹੈ।
ਸਾਡੇ ਨਾਲ ਐਚਐਸ ਕਿੰਗਰਾ ਜੀ ਜੁੜ ਰਹੇ ਨੇ ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਕਿੰਗਰਾ ਸਾਹਿਬ ਸਵਾਗਤ ਹੈ। ਸਾਡੇ ਨਾਲ ਅਨਿਲ ਸਰੀਨ ਜੀ ਜੁੜ ਰਹੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਸਰੀਨ ਸਾਹਿਬ ਸਵਾਗਤ ਹੈ। ਚਰਨਜੀਤ ਬਰਾੜ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਨੇ। ਬਰਾੜ ਸਾਹਿਬ ਸਵਾਗਤ ਹੈ। ਤੇ ਇਸ ਦੇ ਨਾਲ ਹੀ ਸਾਡੇ ਨਾਲ ਸੰਯੁਕਤ ਸਮਾਜ ਮੋਰਚੇ ਤੋਂ ਕੁਲਵੰਤ ਸੰਧੂ ਜੁੜ ਰਹੇ ਨੇ ਤੇ ਹੁਣ ਕਿਸਾਨ ਆਗੂ ਤੋਂ ਪੋਲੀਟੀਕਲ ਆਗੂ ਦੇ ਤੌਰ ਦੇ ਉੱਤੇ ਕਿਤੇ ਨਾ ਕਿਤੇ ਉਹਨਾਂ ਤੋਂ ਸਵਾਲ ਜਵਾਬ ਹੋਣਗੇ। ਬਹੁਤ ਬਹੁਤ ਸਵਾਗਤ ਹੈ ਸੰਧੂ ਸਾਹਿਬ ਤੁਹਾਡਾ ਵੀ। ਮੈਂ ਸ਼ੁਰੂਆਤ ਕਰਦਾ ਅੱਜ ਬੀਜੇਪੀ ਤੋਂ, ਜ਼ਰੂਰੀ ਅੱਜ ਬੀਜੇਪੀ ਤੋਂ ਸ਼ੁਰੂਆਤ ਹੋਣੀ। ਸਰੀਨ ਸਾਹਿਬ ਪਹਿਲੀ ਸਟੇਟਮੈਂਟ, ਕਿਸਾਨ ਚੋਣ ਪਿੜ ਦੇ ਵਿੱਚ ਉਤਰ ਰਹੇ ਨੇ, ਕਰ ਰਹੇ ਹੋ ਵੈਲਕਮ। ਗੱਲ ਇਹ ਹੈ ਕਿ ਸਾਨੂੰ ਤਾਂ ਕੋਈ ਹੈਰਾਨੀ ਨਹੀਂ ਹੋਈ ਗੌਰਵ ਜੀ। ਅਸੀਂ ਤੇ ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਸੀਗਾ ਪਹਿਲੇ ਦਿਨ ਤੋਂ ਕਹਿ ਰਹੇ ਸੀ ਕਿ ਇਹ 2022 ਦੀ ਚੋਣਾਂ ਨੂੰ ਧਿਆਨ 'ਚ ਰੱਖ ਕੇ ਇਹ ਸਿਆਸੀ ਅੰਦੋਲਨ ਹੈ, ਇਹਦੇ ਪਿੱਛੇ ਰਾਜਨੀਤੀ ਹੈ, ਇਹ ਕਿਸਾਨ ਹਿੱਤ ਦੇ ਵਿੱਚ ਨਹੀਂਗਾ, ਇਹ ਸਿਰਫ ਆਪਣਾ ਹਿੱਤ ਸਾਧਣ ਵਾਸਤੇ ਇਹ ਸਾਰੇ ਲੱਗੇ ਨੇ। ਔਰ ਮਜ਼ੇਦਾਰ ਗੱਲ ਇਹ ਹੈ ਕਿ ਉਸ ਵੇਲੇ ਕਾਂਗਰਸ ਨੇ ਵੀ ਆਪਣੇ ਵਰਕਰ ਭੇਜੇ, ਅਕਾਲੀ ਦਲ ਨੇ ਵੀ ਆਪਣੇ ਵਰਕਰ ਭੇਜੇ ਤੇ ਆਪਣੀ ਦੌੜ ਲਾ ਲਈ ਕਿ ਕਿਸਾਨਾਂ ਦਾ ਹਿਤੈਸ਼ੀ ਕੌਣ ਹੈ। ਤੁਹਾਡੇ ਸਾਰੇ ਵਰਕਰ ਘਰ ਸੀਗੇ, ਨਹੀਂ ਗਏ ਵਰਕਰ ਤਾਂ ਹੋ ਸਕਦਾ ਨਾ ਕਿ ਬੀਜੇਪੀ ਦੇ ਵੀ ਸਮਰਥਕ ਉੱਥੇ ਗਏ ਹੋਣ। ਨਹੀਂ ਇੱਕ ਗੱਲ ਸਮਝ ਲਓ ਗੌਰਵ ਜੀ, ਬੜੀ ਸਿੱਧੀ ਜੀ ਗੱਲ ਹੈ ਜੀ। ਅਸੀਂ ਪਹਿਲੇ ਦਿਨ ਤੋਂ ਕਹਿੰਦੇ ਸੀ ਕਿ ਟੋਟਲੀ ਪੋਲੀਟੀਕਲ ਮੋਟੀਵੇਟਡ ਹੈਗਾ ਔਰ ਅੱਜ ਸਾਡੀ ਗੱਲ ਸਾਬਤ ਹੋ ਗਈ, ਬਿੱਲੀ ਥੱਲੇ ਚੋਂ ਬਾਹਰ ਆ ਗਈ ਔਰ ਸਾਡੀ ਗੱਲ ਸਾਬਤ ਹੋ ਗਈ ਕਿ ਟੋਟਲੀ ਪੋਲੀਟੀਕਲੀ ਮੋਟੀਵੇਟਡ ਸੀਗਾ, 2022 ਦੇ ਚੋਣਾਂ ਨੂੰ ਲੈ ਕੇ ਸੀਗਾ ਔਰ ਪੰਜਾਬ ਦੀ ਜਨਤਾ ਦਾ ਢੁਕਵਾਂ ਜਵਾਬ ਦੇਗੀ ਇਹਨਾਂ ਨੂੰ। ਅੱਜ ਇਹਨਾਂ ਨੂੰ ਪਤਾ ਲੱਗੇਗਾ ਕਿ ਰਾਜਨੀਤੀ 'ਚ ਉਤਰਨਾ ਕੀ ਹੁੰਦਾ ਹੈ। ਹਾਂ, ਮਤਲਬ ਤੁਸੀਂ ਕਹਿੰਦੇ ਹੋ ਆਣੀਆਂ ਨਹੀਂ ਸੀਟਾਂ, ਨਹੀਂ ਤੁਸੀਂ ਕਹਿ ਰਹੇ ਹੋ ਕਿ ਸੀਟਾਂ ਨਹੀਂ ਮਿਲਦੀਆਂ। ਮੈਂ ਕਿਹਾ ਸਰ ਪਤਾ ਲੱਗ ਜੂ ਰਾਜਨੀਤੀ 'ਚ ਕੀ ਭਾਅ ਵਿਕਦੀ ਹੈ। ਦਿਨ ਕਿੰਨੇ ਰਹਿ ਗਏ? ਠੀਕ ਹੈ, ਦਿਨ ਕਿੰਨੇ ਰਹਿ ਗਏ? ਮੇਰੇ ਭਾਅ ਵਿਕਦੀ ਪਤਾ ਲੱਗ ਜੂ ਇਹਨਾਂ ਨੂੰ। ਦੂਜਿਆਂ ਨੂੰ ਟਿਚਰਾ ਕਰਦੇ ਸੀਗੇ, ਪੋਲੀਟੀਕਲ ਪਾਰਟੀਆਂ ਤੇ ਇਹ ਕਰਦੇ ਸੀਗੇ। ਨਹੀਂ ਸਰ, ਤੁਸੀਂ ਖੁਸ਼ ਹੋ? ਲੋਕ ਜਾਣਨਾ ਚਾਹੁੰਦੇ ਨੇ ਕਿ ਬੀਜੇਪੀ ਨੂੰ ਵਧੀਆ ਲੱਗ ਰਿਹਾ ਕਿ ਨਹੀਂ ਲੱਗ ਰਿਹਾ। ਦੇਖੋ ਇੱਕ ਹੋਰ ਫਰੰਟ ਆ ਗਿਆ, ਉਹਦੇ ਨਾਲ ਵੀ ਮੁਕਾਬਲਾ ਕਰਨਾ ਪੈਣਾ ਬੀਜੇਪੀ ਨੂੰ ਹੁਣ। ਭਾਈ ਸਾਹਿਬ ਗੌਰਵ ਜੀ, ਗੱਲ ਇਹ ਹੈ ਕਿ ਲੋਕਤੰਤਰ ਦੇ ਵਿੱਚ ਹਰ ਇੱਕ ਵਿਅਕਤੀ ਨੂੰ ਅਧਿਕਾਰ ਹੈ, ਕੋਈ ਵੀ, ਤੁਸੀਂ ਵੀ ਖੜਾ ਹੋ ਸਕਦੇ ਹੋ ਕੱਲ ਨੂੰ ਐਮਐਲਏ ਵਾਸਤੇ, ਕੋਈ ਵੀ ਲੋਕਤੰਤਰਿਕ ਅਧਿਕਾਰ ਹੈ ਔਰ ਕੋਈ ਵੀ ਆਪਣੀ ਪਾਰਟੀ ਬਣਾ ਸਕਦਾ ਹੈ ਔਰ ਮੋਰਚਾ ਅਧਿਕਾਰ ਹੈ ਸਰ, ਮੇਰਾ ਕੋਈ ਵਿਚਾਰ ਨਹੀਂ। ਚਲੋ ਠੀਕ ਹੈ, ਨਹੀਂ ਤੁਹਾਡਾ ਪੁਆਇੰਟ ਆ ਗਿਆ ਸਰ, ਠੀਕ ਹੈ। ਕੁਲਵੰਤ ਸੰਧੂ ਜੀ ਸਾਡੇ ਨਾਲ ਜੁੜੇ ਹੋਏ ਨੇ। ਲੇਕਿਨ ਇਹ ਹੈ ਕਿ ਹੁਣ ਜਦੋਂ ਚੁਣਾਵ 'ਚ ਉਤਰੇ ਨੇ ਇਹਨਾਂ ਨੂੰ ਇਹਨਾਂ ਦਾ ਭਾਅ ਪਤਾ ਲੱਗ ਜੂਗਾ। ਅੱਗੇ ਦੂਜਿਆਂ ਦੇ ਮੋਢਿਆਂ ਤੇ ਬੰਦੂਕਾਂ ਰੱਖ ਕੇ ਚਲਾਉਂਦੇ ਸੀਗੇ, ਠੀਕ ਹੈ, ਦੂਜਿਆਂ ਦੇ ਵਰਕਰ ਸਿਰ ਤੇ ਲੀਡਿੰਗ ਕਰਦੇ ਸੀਗੇ। ਅੱਜ ਇਹਨਾਂ ਨੂੰ ਪਤਾ ਲੱਗੂ ਇਹਨਾਂ ਕੋਲ ਅਸਲ ਮਸਲਾ ਕਿੰਨਾ ਹੈ। ਠੀਕ ਹੈ ਸਰ, ਉਹ ਤਾਂ ਇੰਤਜ਼ਾਰ ਤੁਹਾਨੂੰ ਵੀ ਕਰਨਾ ਪਏਗਾ ਨਾ, ਇੰਤਜ਼ਾਰ ਤਾਂ ਬੀਜੇਪੀ ਨੂੰ ਵੀ ਕਰਨਾ ਪਏਗਾ ਇਲੈਕਸ਼ਨ ਦੇ ਰਿਜ਼ਲਟ ਤੱਕ ਦਾ ਕਿ ਕਿਸਾਨ ਮੋਰਚੇ ਦੇ ਵੱਲੋਂ, ਕਿਸਾਨ ਆਗੂਆਂ ਵੱਲੋਂ ਇਲੈਕਸ਼ਨ ਲੜਨ ਦਾ ਕਿੰਨਾ ਫਰਕ ਪੈਂਦਾ ਜਾਂ ਨਹੀਂ ਪੈਂਦਾ। ਕੁਲਵੰਤ ਸੰਧੂ ਜੀ ਦੇਖੋ, ਬੀਜੇਪੀ ਇਹ ਗੱਲ ਪਹਿਲਾਂ ਵੀ ਕਹਿੰਦੀ ਆਈ ਸੀ, ਅੱਜ ਫੇਰ ਉਹੀ ਗੱਲ ਬੀਜੇਪੀ ਦੇ ਆਗੂ ਕਹਿ ਰਹੇ ਨੇ ਕਿ ਅਸੀਂ ਤਾਂ ਕਹਿ ਰਹੇ ਸੀ ਪੋਲੀਟੀਕਲ ਹੈ ਮੋਰਚਾ, ਦੇਖੋ ਉਹੀ ਹੋ ਗਿਆ। ਇਹ ਤਾਂ ਪਹਿਲੇ ਦਿਨ ਤੋਂ ਹੀ ਸੋਚੀ ਬੈਠੇ ਸੀ ਕਿ ਅਸੀਂ ਚੋਣਾਂ ਵਾਲੇ ਪਾਸੇ ਜਾਣਾ ਹੈ। ਇਹ ਪੂਰਾ ਮੋਰਚਾ ਖਤਮ ਹੋਇਆ ਤੇ ਇਹਨਾਂ ਨੇ ਅਨਾਉਂਸ ਕਰ ਦਿੱਤਾ ਕਿ ਅਸੀਂ ਇਲੈਕਸ਼ਨ ਲੜਾਂਗੇ 117 ਸੀਟਾਂ ਤੇ। ਦੇਖੋ ਵੀਰ ਜੀ, ਗੱਲ ਇਹ ਆ ਬਈ ਸਾਡਾ ਕੋਈ ਮੋਟਿਵ ਨਹੀਂ ਸੀ ਪਹਿਲਾਂ ਇਲੈਕਸ਼ਨ ਦਾ ਜੀ। ਅਸੀਂ ਐਂਟੀ ਕਾਰਪੋਰੇਟ ਜਿਹੜਾ ਮੋਰਚਾ ਸੀ ਉਹ ਲਾਇਆ ਸੀ, ਉਹਦੇ ਵਿੱਚ ਡਿਫਰੈਂਟ ਵਿਚਾਰਾਂ ਲੋਕ ਆਏ ਆ, ਉੱਥੇ ਅਸੀਂ ਕਿਸੇ ਸਿਆਸੀ ਪਾਰਟੀ ਨੂੰ ਉੱਥੇ ਆਉਣ ਨਹੀਂ ਦਿੱਤਾ। ਜੇ ਉਹ ਕਾਨੂੰਨ ਗਲਤ ਸੀਗੇ ਤਾਂ ਬੀਜੇਪੀ ਨੂੰ ਵਾਪਸ ਲੈਣੇ ਪਏ ਆ। ਠੀਕ ਹੈ, ਅਸੀਂ ਬੰਗਾਲ ਦੇ ਵਿੱਚ ਅਸੀਂ ਬੀਜੇਪੀ ਨੂੰ ਹਰਾਉਣ ਦਾ ਸੱਦਾ ਦਿੱਤਾ। ਇਹ ਪਹਿਲਾ ਕੰਮ ਨਹੀਂ ਸੀ। ਪਹੁੰਚੇ ਭਾਈ ਸਾਹਿਬ, ਹਾਰੇ ਨਹੀਂ ਅਸੀਂ 377 ਪਹੁੰਚੇ, ਹਾਰੇ ਨਹੀਂ ਗਏ। ਆਪਣੀ ਖੁਸ਼ਫਹਿਮੀ 'ਚ ਨਾ ਰਹੋ। ਤੁਸੀਂ ਪਲੀਜ਼ ਵਿੱਚ ਨਾ ਬੋਲੋਗੇ ਤਾਂ ਚੰਗਾ ਹੋਊਗਾ ਜੀ। ਠੀਕ ਹੈ ਸੰਧੂ ਸਾਹਿਬ, ਕੰਪਲੀਟ ਕਰ। ਤੁਹਾਡੀਆਂ 121 ਸੀਟਾਂ ਤੋਂ ਮੁੜ ਕੇ 75 ਤੇ ਆ ਗਈਆਂ ਜੀ ਤੇ ਹੁਣ ਤੁਹਾਡੇ ਉੱਤੇ ਪੈੜ ਨਹੀਂ ਲੱਗਣ ਡਿਆ। ਕਲਕੱਤਾ ਕਾਰਪੋਰੇਸ਼ਨ ਦੇ ਵਿੱਚ ਤੁਹਾਡੇ ਕੋਲ ਕੋਈ ਵੀ ਨਹੀਂ ਰਹਿ ਗਈ, 2-3 ਰਹਿ ਗਈਆਂ ਹੋਣੀਆਂ ਮੇਰਾ ਖਿਆਲ ਹੈ। ਨਹੀਂ ਸੰਧੂ ਸਾਹਿਬ, ਮੋਟਿਵ ਹੈ ਬੀਜੇਪੀ ਦੇ ਖਿਲਾਫ। ਹੁਣ ਇਹਨੂੰ ਇਹ ਸਮਝਿਆ ਜਾਵੇ ਕਿ ਇਹ ਜਿਹੜਾ ਚੋਣ ਮੋਰਚਾ ਵੀ ਤੁਸੀਂ ਖੋਲ ਰਹੇ ਹੋ ਇਹ ਬੀਜੇਪੀ ਦੇ ਖਿਲਾਫ ਹੈ। ਨੋ, ਐਂਟੀ ਕਾਰਪੋਰੇਟ। ਇਹ ਮੋਰਚਾ ਐਂਟੀ ਕਾਰਪੋਰੇਟ ਆ। ਕਾਂਗਰਸ ਵੀ ਕਾਰਪੋਰੇਟਾਂ ਦੇ ਹੱਕ ਵਿੱਚ ਸੀਗੀ ਜੀ। ਜਿਹੜੇ ਪਹਿਲਾਂ ਖੇਤੀ ਵਿਰੋਧੀ ਕਾਨੂੰਨ ਕੈਟ ਹੋਇਆ ਡਬਲਯੂਟੀ ਦੀਆਂ ਸਕੀਮਾਂ ਸੀਗੀਆਂ ਉਹ ਕਾਂਗਰਸ ਨੇ ਸ਼ੁਰੂ ਕੀਤੀਆਂ ਸੀ ਜੀ। ਨਹੀਂ, ਜੇ ਸਰਕਾਰ ਬਣ ਗਈ ਤਾਂ ਕਾਰਪੋਰੇਟ ਜਿਹੜੇ ਹੈਗੇ ਨੇ ਸਾਰੇ ਕਹਿ ਦੋਗੇ ਕਿ ਪੰਜਾਬ ਤੋਂ ਬਾਹਰ ਚਲੇ ਜਾਓ, ਹੋਣ ਦੇਵਾਂਗੇ। ਰੋਜ਼ਗਾਰ ਹੈ ਸਰ, ਲੱਖਾਂ ਲੋਕਾਂ ਦਾ ਉਸ ਦੇ ਨਾਲ ਜੁੜਿਆ ਹੋਇਆ। ਕਾਰਪੋਰੇਟ ਕਦੇ ਲੋਕਾਂ ਨੂੰ ਰੁਜ਼ਗਾਰ ਨਹੀਂ ਦਿੰਦਾ, ਰੁਜ਼ਗਾਰ ਖੋਦਾ। ਰੁਜ਼ਗਾਰ ਦਿੰਦੀ ਹੈ ਛੋਟੀ ਇੰਡਸਟਰੀ, ਛੋਟੇ ਕਾਰੋਬਾਰ, ਛੋਟੇ ਦੁਕਾਨਦਾਰ। ਕਾਰਪੋਰੇਟ ਦਾ ਰੁਜ਼ਗਾਰ ਖੋਦੇ ਆ ਜੀ। ਠੀਕ ਹੈ, ਇਸੇ ਕਰਕੇ ਰੈਸੈਸ਼ਨ ਹੈ 2008 ਤੋਂ। ਠੀਕ ਹੈ ਸਰ, ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਠੀਕ ਹੈ, ਤੁਹਾਡਾ ਪੁਆਇੰਟ ਆ ਗਿਆ। ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ ਐਂਟੀ ਕਾਰਪੋਰੇਟ ਜਾਣਾ ਚਾਹੁੰਦੇ ਹਾਂ ਤੇ ਇਲੈਕਸ਼ਨ ਦੇ ਵਿੱਚ ਲੜਨ ਦਾ ਵੀ ਮਕਸਦ ਸਾਡਾ ਉਹੀ ਹੈ। ਮੈਂ ਤੁਹਾਡੇ ਕੋਲ ਵਾਪਸ ਆਉਂਗਾ।
ਮੈਂ ਬਾਕੀ ਮਹਿਮਾਨਾਂ ਦਾ ਰੁਖ ਕਰਦਾ। ਮੈਂ ਕੁਲਤਾਰ ਸਿੰਘ ਸੰਧਵਾ ਜੀ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਵਿਧਾਇਕ ਨੇ ਜੁੜੇ ਹੋਏ ਨੇ। ਸੰਧਵਾ ਸਾਹਿਬ, ਮੈਂ ਤੁਹਾਡੇ ਕੋਲ ਆਵਾਂ, ਪਰ ਉਸ ਤੋਂ ਪਹਿਲਾਂ ਇੱਕ ਬਿਆਨ ਤੁਸੀਂ ਵੀ ਧਿਆਨ ਦੇ ਨਾਲ ਸੁਣਿਓ ਰੁਲਦੂ ਸਿੰਘ ਮਾਨਸਾ ਦਾ। ਮੈਂ ਇੱਕ ਛੋਟੀ ਜਿਹੀ ਬਾਈਟ ਹੈ, ਇੱਕ ਬਿਆਨ ਹੈ, ਉਹ ਸੁਣਵਾਉਣਾ, ਉਸ ਤੋਂ ਬਾਅਦ ਇਸ ਚਰਚਾ ਨੂੰ ਅੱਗੇ ਵਧਾਊਂਗਾ। ਰੁਲਦੂ ਸਿੰਘ ਮਾਨਸਾ ਦੀ ਇੱਕ ਸਟੇਟਮੈਂਟ ਸੁਣੋ। 117 ਸੀਟਾਂ ਤੇ ਕਿਸਾਨ ਲੜਨਗੇ ਜਾਂ ਫਿਰ ਆਮ ਆਦਮੀ ਪਾਰਟੀ ਨਾਲ, ਕਿਉਂਕਿ ਆਮ ਆਦਮੀ ਪਾਰਟੀ ਦੇ ਸੋਰਸ ਜਾਣਕਾਰੀ ਦੇ ਰਹੇ ਕਿ ਗੱਲਬਾਤ ਚੱਲ ਰਹੀ ਹੈ, ਬਲਬੀਰ ਸਿੰਘ ਰਾਜੇਵਾਲ ਨੂੰ ਚਿਹਰਾ ਬਣਾਇਆ ਜਾਏਗਾ ਔਰ ਆਮ ਆਦਮੀ ਪਾਰਟੀ ਨਾਲ ਅਲਾਈਅੰਸ ਹੋ ਜਾਏਗਾ। ਰਾਜੇਵਾਲ ਸਾਡਾ ਪ੍ਰਧਾਨ ਹੈ, ਅਸੀਂ ਤੁਹਾਡੇ ਸਾਹਮਣੇ ਚੁਣਤਾ, ਠੀਕ ਹੈ ਨਾ ਗੱਲ। ਤੇ ਅਸੀਂ ਹਜੇ 117 ਤੇ ਲੜਾਂਗੇ, ਠੀਕ ਹੈ। ਕੋਈ ਸਾਡੇ ਕੋਲੇ ਆਉਂਦਾ ਹੈ, ਕੋਈ ਵੀ ਆਉਂਦਾ ਹੈ, ਸੋਚਾਂਗੇ ਜਥੇਬੰਦੀਆਂ ਵੀ ਆਉਣਗੀਆਂ, ਸਿਰਫ 8 ਜਥੇਬੰਦੀਆਂ ਤੋਂ ਬਾਹਰ ਰਹਿਣਗੀਆਂ, ਦੂਜਾ ਜਥੇਬੰਦੀਆਂ ਸਾਰੀਆਂ ਵਿੱਚ ਆਉਣਗੀਆਂ। ਉਹ ਬਾਹਰੋਂ ਹਮਾਇਤ ਕਰਨ ਸਾਡੀ ਕਿਵੇਂ ਕਰ ਸਾਰਾ ਕੁਝ ਕਰਨਗੇ। ਲੇਕਿਨ ਕੋਈ ਵੀ ਆਂਦਾ ਫਿਰ ਤਾਂ ਬੀਜੇਪੀ ਆਂਦੀ ਹੈ ਜਾਂ ਅਕਾਲੀ ਦਲ ਆਂਦਾ ਜਾਂ ਕਾਂਗਰਸ ਆਂਦਾ। ਨਾ ਅਕਾਲੀ ਦਲ, ਕਾਂਗਰਸ ਉਹਦੇ ਨਾਲ ਰਲਣਾ, ਖੂਹ ਛਾਲ ਮਾਰਨਾ, ਭਾਰਤੀ ਜਨਤਾ ਪਾਰਟੀ ਨਾਲ ਰਲਣਾ, ਗੱਡੀ ਥੱਲੇ ਆਉਣਾ। ਔਰ ਆਮ ਆਦਮੀ ਪਾਰਟੀ ਦੇਖੋ ਉਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ। ਯਾਨੀ ਕਿ ਗੱਲਬਾਤ ਕਿਤੇ ਨਾ ਕਿਤੇ ਚੱਲ ਰਹੀ ਹੈ, ਜੋ ਜਾਣਕਾਰੀ ਦੇ ਰਹੀ ਹੈ। ਰੁਲਦੂ ਸਿੰਘ ਨਾਲ ਨਹੀਂ ਅਜੇ ਤੱਕ ਚੱਲੀ। ਸੰਧਵਾ ਸਾਹਿਬ, ਸੁਣਿਆ ਹੋਏਗਾ ਤੁਸੀਂ ਬਿਆਨ ਰੁਲਦੂ ਸਿੰਘ ਮਾਨਸਾ ਦਾ। ਕਾਂਗਰਸ ਅਕਾਲੀ ਦਲ ਦੇ ਨਾਲ ਉਹਨਾਂ ਨੇ ਕਹਿ ਦਿੱਤਾ ਖੂਹ ਛਾਲ ਮਾਰਨ ਵਰਗਾ ਹੈ, ਬੀਜੇਪੀ ਦੇ ਨਾਲ ਵੀ ਕਹਿ ਦਿੱਤਾ, ਆਮ ਆਦਮੀ ਪਾਰਟੀ ਬਾਰੇ ਕੁਝ ਨਹੀਂ ਕਹਿ ਰਹੇ। ਹੁਣ ਮੁਬਾਰਕਾਂ ਦੇ ਦਈਏ ਜਾਂ ਤੁਸੀਂ ਦੱਸ ਦਿਓ ਕੁਝ ਕਿ ਕਿੱਥੇ ਤੱਕ ਗੱਲ ਪਹੁੰਚ ਗਈ ਆਮ ਆਦਮੀ ਪਾਰਟੀ ਦੀ ਜਥੇਬੰਦੀਆਂ ਨਾਲ ਜਾਂ ਇਸ ਮੋਰਚੇ ਦੇ ਨਾਲ ਗਠਜੋੜ ਦੀ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਵੀ ਇਹ ਲੋਕਤੰਤਰ ਹੈ ਔਰ ਇਹ ਲੋਕਤੰਤਰ ਦੀ ਖੂਬਸੂਰਤੀ ਹੈ ਕਿ ਹਰ ਕੋਈ ਐਂਟੀਟੀ ਇਹਦੇ ਵਿੱਚ ਹਿੱਸਾ ਲੈ ਸਕਦੀ ਹੈ, ਭਾਵੇਂ ਵੋਟ ਪਾ ਕੇ ਜਾਂ ਇਲੈਕਸ਼ਨ ਦੇ ਵਿੱਚ ਖੜ ਕੇ। ਔਰ ਜਿਹੜਾ ਸੰਯੁਕਤ ਕਿਸਾਨ ਮੋਰਚਾ ਨੇ ਅੱਜ ਫੈਸਲਾ ਲਿਆ, ਇਹ ਉਹਨਾਂ ਲੋਕਾਂ ਨੇ ਫੈਸਲਾ ਲਿਆ ਹੈ ਜਿਨ੍ਹਾਂ ਨੇ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਪੂਰੇ ਸ਼ਾਂਤਮਈ ਤਰੀਕੇ ਦੇ ਨਾਲ ਚਲਾਇਆ ਔਰ ਇੱਕ ਐਸੇ ਤਾਨਾਸ਼ਾਹ ਨੂੰ ਆਪਦੇ ਜਿਹੜੇ 3 ਕਾਲੇ ਕਾਨੂੰਨ ਆ ਉਹ ਵਾਪਸ ਲੈਣ ਲਈ ਮਜਬੂਰ ਕੀਤਾ, ਜਿਹੜਾ ਤਾਨਾਸ਼ਾਹ ਕਦੇ ਵੀ ਕਿਸੇ ਤੋਂ ਰੁਕਿਆ ਨਹੀਂ ਸੀ। ਸੋ ਇਹਦਾ ਇੱਥੋਂ ਇੱਕ ਗੱਲ ਤਾਂ ਕਲੀਅਰ ਹੁੰਦੀ ਹੈ ਨਾ ਵੀ ਇਹ ਸਿਆਣੇ ਲੋਕਾਂ ਦੁਆਰਾ ਚਲਾਇਆ ਗਿਆ ਇੱਕ ਬਹੁਤ ਸੂਝਵਾਨ ਕਲੈਕਟਿਵ ਵਿਜ਼ਡਮ ਨਾਲ ਚਲਾਇਆ ਗਿਆ ਇੱਕ ਅੰਦੋਲਨ ਸੀ। ਔਰ ਅਗਰ ਉਹੀ ਲੋਕ ਰਾਜਨੀਤੀ ਦੇ ਵਿੱਚ ਆਉਂਦੇ ਆ ਤੇ ਬੜੀ ਅੱਛੀ ਗੱਲ ਹੈ। ਜਿੱਥੋਂ ਤੱਕ ਗੱਲ ਆਮ ਆਦਮੀ ਪਾਰਟੀ ਦੇ ਨਾਲ ਆਉਣ ਦੀ ਨਾ ਆਉਣ ਦੀ, ਹਜੇ ਇਹਦੇ ਬਾਰੇ ਕੋਈ ਗੱਲ ਨਹੀਂ ਹੋਈ। ਹਾਂ, ਮੈਨੂੰ ਇੱਕ ਗੱਲ ਦਾ ਪੂਰਾ ਯਕੀਨ ਹੈ ਕਿ ਜਿਹੜੀਆਂ ਧਿਰਾਂ ਨੇ 74 ਸਾਲਾਂ ਦੇ ਵਿੱਚ ਐਸੇ ਹਾਲਾਤ ਬਣਾਤੇ ਕਿ ਸਾਡੇ ਕਿਸਾਨ ਇੱਥੇ ਤਾਂ ਖੁਦਕੁਸ਼ੀ ਕਰਦੇ, ਜੇ ਅਮਰੀਕਾ ਕੈਨੇਡਾ ਜਾਂਦੇ ਉੱਥੇ ਰਾਜ ਕਰਦੇ ਸਾਡੇ ਬੱਚੇ, ਸਾਡੇ ਮਜ਼ਦੂਰਾਂ ਨੂੰ ਇੱਥੇ ਖੁਦਕੁਸ਼ੀ ਕਰਨੀ ਪੈਂਦੀ ਆ, ਉਹਨਾਂ ਧਿਰਾਂ ਨੂੰ ਕੋਈ ਫਾਇਦਾ ਨਾ ਹੋਵੇ ਇਸ ਤਰ੍ਹਾਂ ਦਾ ਇੱਕ ਅਰੇਂਜਮੈਂਟ ਜ਼ਰੂਰ ਜਿਹੜੇ ਸਾਡੇ ਕਿਸਾਨ ਲੀਡਰ ਹੈ ਜਾਂ ਜਿਹੜਾ ਨਵੀਂ ਪਾਰਟੀ ਬਣੀ ਹੈ ਉਹ ਕਰੇਗੀ। ਸੋ ਉਹਨਾਂ ਲੋਕਾਂ ਨੇ ਅੱਗੇ ਲਿਆਉਣ ਵਾਲਾ ਕੋਈ ਇਸ ਤਰ੍ਹਾਂ ਦਾ ਅਰੇਂਜਮੈਂਟ ਨਹੀਂ ਹੋਏਗਾ ਜਿਨ੍ਹਾਂ ਨੇ 3 ਕਾਲੇ ਕਾਨੂੰਨ ਬਣਾਉਣ ਦੇ ਵਿੱਚ ਭੂਮਿਕਾ ਅਦਾ ਕੀਤੀ ਸੀ, ਜਿਵੇਂ ਕਾਂਗਰਸ ਹੋ ਗਈ, ਬਾਦਲ ਦਲ ਹੋ ਗਿਆ, ਬੀਜੇਪੀ ਹੋ ਗਈ। ਮੈਂ ਵਿਚਾਲੇ ਤੁਹਾਨੂੰ ਇਸ ਕਰਕੇ ਕਿ ਬਲਬੀਰ ਸਿੰਘ ਰਾਜੇਵਾਲ ਦਾ ਨਾਮ ਕਿ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾ ਸਕਦਾ ਹੈ ਆਮ ਆਦਮੀ ਪਾਰਟੀ ਦਾ, ਬਹੁਤ ਕਈ ਮਹੀਨਿਆਂ ਤੋਂ ਚਰਚਾਵਾਂ ਨੇ। ਜੇ ਸਾਲ ਤੋਂ ਮੈਂ ਕਹਾਂ ਤਾਂ ਉਹ ਵੀ ਗਲਤ ਨਹੀਂ। ਤਾਂ ਹੁਣ ਸਵਾਲ ਇਹੀ ਹੈ ਨਾ ਕਿ ਇਹ ਤਾਂ ਸਭ ਕੁਝ ਸਾਹਮਣੇ ਆ ਰਿਹਾ ਹੈ, ਬਸ ਤੁਸੀਂ ਇਹ ਕਹਿ ਲਓ ਕਿ ਮੰਨ ਨਹੀਂ ਰਹੇ, ਬਾਕੀ ਤੈਅ ਤਾਂ ਸਭ ਕੁਝ ਲੱਗ ਰਿਹਾ ਹੈ ਕਿ ਹੁਣ ਰੁਲਦੂ ਸਿੰਘ ਮਾਨਸਾ ਕਹਿੰਦੇ ਨੇ ਜਾਂ ਰਾਜੇਵਾਲ ਕਹਿੰਦੇ ਨੇ ਕਿ ਨਹੀਂ ਅਜੇ ਨਹੀਂ। ਰੁਲਦੂ ਸਿੰਘ ਮਾਨਸਾ ਕਹਿੰਦੇ ਨੇ ਅਕਾਲੀ ਦਲ ਨਾਲ ਨਹੀਂ ਜਾਣਾ, ਕਾਂਗਰਸ ਨਾਲ ਨਹੀਂ ਜਾ ਸਕਦੇ, ਬੀਜੇਪੀ ਨਾਲ ਨਹੀਂ ਜਾ ਸਕਦੇ, ਆਮ ਆਦਮੀ ਪਾਰਟੀ ਨਾਲ ਅਜੇ ਫੈਸਲਾ ਨਹੀਂ। ਤਾਂ ਮਤਲਬ ਬਹੁਤ ਕਲੀਅਰ ਸ਼ਬਦਾਂ ਦੇ ਵਿੱਚ ਬਿਨਾਂ ਕਹੇ ਸਭ ਕੁਝ ਕਹਿ ਰਹੇ ਨੇ। ਦੇਖੋ ਜੀ, ਇੱਕ ਗੱਲ ਤਾਂ ਕਲੀਅਰ ਹੈ ਨਾ ਜੀ, ਆਮ ਆਦਮੀ ਪਾਰਟੀ ਇੱਕੋ ਇੱਕ ਪਾਰਟੀ ਸੀ ਜਿਹਨੇ ਖੁੱਲ੍ਹ ਕੇ ਇਨ 3 ਕਾਲੇ ਕਾਨੂੰਨਾਂ ਦੀ ਵਿਰੋਧਤਾ ਕੀਤੀ ਔਰ MSP ਦੀ ਜਿਹੜੀ ਮੰਗ ਹੈ ਉਹਦੇ ਬਾਰੇ ਮੁੱਖ ਮੰਤਰੀ ਸਭ ਤੋਂ ਪਹਿਲਾਂ ਆ ਕੇ ਬੋਲਿਆ, ਦਿੱਲੀ ਦੇ ਵਿੱਚ ਚੌਂਕ ਦੇ ਵਿੱਚ ਆ ਕੇ ਅਸੀਂ ਬੋਲੇ। ਸੋ ਇਸ ਗੱਲ ਨੂੰ ਸਾਰੇ ਸਾਡੇ ਕਿਸਾਨ ਪੰਜਾਬ ਦੇ ਉਹ ਐਪਰੀਸ਼ੀਏਟ ਕਰਦੇ ਆ। ਜਿੱਥੋਂ ਤੱਕ ਸਰਦਾਰ ਬਲਬੀਰ ਸਿੰਘ ਰਾਜੇਵਾਲ ਹੋਰਾਂ ਨੂੰ ਮੁੱਖ ਮੰਤਰੀ ਚਿਹਰਾ ਬਣਾਉਣ ਦੀ ਗੱਲ ਹੈ, ਆਮ ਆਦਮੀ ਪਾਰਟੀ ਦਾ ਅਜੇ ਹੈ ਹੀ ਨਹੀਂ, ਹਜੇ ਆਏ ਹੀ ਨਹੀਂ। ਸੋ ਗੱਲ ਕਿੱਥੋਂ ਹੋਗੀ? ਇਹ ਤਾਂ ਸਾਰੀ ਮੀਡੀਆ ਦੀ ਪੈਦਾ ਕੀਤੀ ਹੋਈ ਕਹਾਣੀ ਹੈ। ਜਦੋਂ ਅੱਗੇ ਕੋਈ ਡਿਵੈਲਪਮੈਂਟ ਹੋਏਗੀ ਤੇ ਕੋਈ ਮਾੜੀ ਗੱਲ ਵੀ ਨਹੀਂ, ਅੱਗੇ ਦੀ ਡਿਵੈਲਪਮੈਂਟ ਦੀ ਗੱਲ ਕਰਾਂਗੇ। ਹਜੇ ਤਾਂ ਇਹ ਸਾਰਾ ਮਤਲਬ ਮੀਡੀਆ ਦੇ ਲਾਈਨ ਬੋਲੀ ਹੈ ਨਾ ਸਰ ਕਿ ਜੇ ਅੱਗੇ ਕੋਈ ਗੱਲ ਹੋਏਗੀ ਤਾਂ ਮਾੜੀ ਗੱਲ ਵੀ ਨਹੀਂ, ਤਾਂ ਬਸ ਮੀਡੀਆ ਦੀ ਵੀ ਗੱਲ ਇੱਥੋਂ ਹੀ ਤੁਰਦੀ ਹੈ। ਨਹੀਂ ਜੀ, ਨਹੀਂ, ਐਸਾ ਇੱਥੋਂ ਹੀ ਪੁਆਇੰਟ ਚੁੱਕਦਾ ਜਦ ਜਾ ਕੇ ਦੱਸਦਾ ਕਿ ਨਹੀਂ ਬਲਬੀਰ ਸਿੰਘ ਰਾਜੇਵਾਲ ਹੋ ਸਕਦੇ ਨੇ। ਨਹੀਂ, ਮੇਰੇ ਨਾਲ ਕੋਈ ਗੱਲ ਨਹੀਂ ਹੋਈ ਨਾ, ਬਿਆਨ ਤੁਸੀਂ ਜੋ ਦੇ ਰਹੇ। ਨਹੀਂ ਜੀ, ਮੇਰੇ ਨਾਲ ਕੋਈ ਗੱਲ ਨਹੀਂ ਹੋਈ, ਪਾਰਟੀ ਨਾਲ ਕੋਈ ਗੱਲ ਨਹੀਂ ਹੋਈ ਰਾਜੇਵਾਲ ਸਾਹਿਬ ਦੀ।
ਇਸ ਬਾਰੇ। ਸੋ ਇਹ ਗੱਲਾਂ ਅਸੀਂ ਕਿਸੇ ਨੂੰ ਮਾੜਾ ਕਿਉਂ ਕਹੀਏ ਜੀ? ਜਿਨ੍ਹਾਂ ਲੋਕਾਂ ਨੇ ਐਡੀ ਵੱਡਾ ਅੰਦੋਲਨ ਸ਼ਾਂਤਮਈ ਤਰੀਕੇ ਨਾਲ ਦੁਨੀਆ ਦੇ ਵਿੱਚ ਰਿਕਾਰਡ ਪੈਦਾ ਕੀਤਾ ਔਰ ਸਾਡੇ ਕਿਸਾਨ ਮਜ਼ਦੂਰਾਂ ਨੂੰ ਬਚਾਉਣ ਵਾਲਾ ਅੰਦੋਲਨ ਲੜਿਆ ਸੀ, ਉਹਨਾਂ ਨੂੰ ਮਾੜਾ ਕਿਉਂ ਕਹੀਏ? ਅਸੀਂ ਉਹਨਾਂ ਨੂੰ ਨੈਗੇਟ ਨਹੀਂ ਕਰਨਾ, ਬਿਲਕੁਲ ਨੈਗੇਟ ਨਹੀਂ ਕਰਾਂਗੇ, ਲੇਕਿਨ ਮੁੱਖ ਮੰਤਰੀ ਦੇ ਚਿਹਰੇ ਬਾਰੇ ਕੋਈ ਗੱਲ ਕਿਸੇ ਪਲੇਟਫਾਰਮ ਤੇ ਹਜੇ ਤੱਕ ਨਹੀਂ ਹੋਈ। ਠੀਕ ਹੈ, ਸਰੀਨ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ, ਮੈਂ ਉਸ ਤੋਂ ਬਾਅਦ ਕਿੰਗਰਾ ਜੀ ਔਰ ਬਰਾੜ ਸਾਹਿਬ ਦਾ ਰੁਖ ਕਰਦਾ ਹਾਂ। ਸਰੀਨ ਸਾਹਿਬ 20 ਸੈਕਿੰਡਸ, ਤੁਹਾਡਾ ਕੋਈ ਰਿਐਕਸ਼ਨ? ਸੰਧਵਾ ਸਾਹਿਬ, ਤੁਸੀਂ ਗੱਲ ਕੀਤੀ ਕਿ ਆਪ ਜਿਹੜੀ ਹੈਗੀ ਆ ਹਮੇਸ਼ਾ ਕਿਸਾਨਾਂ ਨਾਲ ਖੜੀ ਰਹੀ। ਤੁਸੀਂ ਤਾਂ ਬਹੁਤ ਸਿਆਣੇ ਹੋ ਔਰ ਕਾਫੀ ਸਟੱਡੀ ਕਰਕੇ ਬੋਲਦੇ ਹੋ। ਜਰਾ ਇਹ ਵੀ ਮੈਨੂੰ ਲੱਗਦਾ ਭੁੱਲ ਗਏ ਤੁਸੀਂ ਕਿ 23 ਨਵੰਬਰ 2020 ਨੂੰ ਜੇ ਹਿੰਦੁਸਤਾਨ ਦੀ ਕਿਸੇ ਵੀ ਸਰਕਾਰ ਨੇ ਮੰਡੀਆਂ ਨੂੰ ਨੋਟੀਫਾਈ ਕੀਤਾ ਸੀਗਾ, ਉਹ ਦਿੱਲੀ ਦੀ ਆਪ ਸਰਕਾਰ ਸੀਗੀ ਜਿਹਨੇ 23/11 ਨੂੰ ਨੋਟੀਫਾਈ ਕੀਤਾ ਕਿ ਆਹ ਮੰਡੀਆਂ ਰਹਿਣਗੀਆਂ, ਇਸ ਦੇ ਬਾਅਦ ਜਿਹੜੀ ਗਿਆ 3 ਖੇਤੀ ਕਾਨੂੰਨਾਂ ਵਾਲੀਆਂ ਮੰਡੀਆਂ ਰਹਿਣਗੀਆਂ। ਤੁਸੀਂ ਭੁੱਲ ਗਏ ਸ਼ਾਇਦ। ਔਰ ਇਹ ਠੀਕ ਹੈ ਕਿ ਬਾਅਦ ਵਿੱਚ ਨੋਟੰਕੀ ਕੀਤੀ, ਜੇ ਮੈਂ ਬਿੱਲ ਫਾੜਤਾ ਜਾਂ ਉਹ ਕਰ ਦਿੱਤਾ, ਨੋਟੀਫਿਕੇਸ਼ਨ ਹੁੰਦੀ ਹੈ। ਬਸ ਮੇਰੇ ਸੰਧੂ ਸਾਹਿਬ ਇੰਨਾ ਕਿ ਯਾਦ ਕਰਾਂ। ਮੈਂ ਸਰੀਨ ਸਾਹਿਬ ਤੁਹਾਨੂੰ ਇੱਕ ਗੱਲ ਦੱਸ, ਉੱਥੇ ਐਲਜੀ ਦਾ ਰਾਜ ਚੱਲਦਾ ਹੈ, ਉੱਥੇ ਅਫਸਰ ਐਲਜੀ ਦੇ ਨੇ, ਉਹ ਵਿਧਾਨ ਸਭਾ ਨੇ ਨਹੀਂ ਨੋਟੀਫਾਈ ਕੀਤਾ, ਉਹ ਵਿਧਾਨ ਸਭਾ ਨੇ 3 ਕਾਲੇ ਕਾਨੂੰਨਾਂ ਦੇ ਖਿਲਾਫ ਬਿੱਲ ਪਾਸ ਕੀਤਾ, ਉੱਥੇ ਐਲਜੀ ਨੇ ਕੀਤਾ। ਇਹ ਉਹਦੇ ਗਵਰਨਰ ਜਿਹੜੇ ਬਿਊਰੋਕਰੈਟਸ ਨੇ ਕੀਤਾ, ਸੈਕਟਰੀ ਨੇ ਕੀਤਾ, ਵਿਧਾਨ ਸਭਾ ਨੇ ਨਹੀਂ ਕੀਤਾ। ਇਹ ਦੇਖੋ ਤੁਸੀਂ ਚੰਗੇ ਸੁਣੋ, ਤੁਹਾਡਾ ਕੋਈ ਹੋਰ ਬੰਦਾ ਬੋਲਦਾ ਹੋਵੇ ਨਾ ਮੈਨੂੰ ਸਮਝ ਆਉਂਦੀ ਹੈ, ਪਰ ਤੁਸੀਂ ਜਿੰਨੇ ਕਿ ਸਿਆਣੇ ਤੁਸੀਂ ਹੈਗੇ ਹੋ, ਤੁਸੀਂ ਇਹੋ ਜਿਹੀ ਗੱਲ ਕਰੋ ਤੁਹਾਨੂੰ ਚੰਗੀ ਨਹੀਂ ਲੱਗਦੀ। ਇਹ ਦਿੱਲੀ ਗਵਰਨਮੈਂਟ ਦਾ ਨੋਟੀਫਿਕੇਸ਼ਨ ਸੀਗੀ, ਸਾਈਨ ਇੱਥੇ ਵੀ ਗਵਰਨਰ ਦੇ ਬਾਅਦ ਚ ਹੁੰਦੇ ਆ, ਉੱਥੇ ਵੀ ਲੈਫਟੀਨੈਂਟ ਗਵਰਨਰ ਦੇ ਬਾਅਦ ਚ ਹੁੰਦੇ ਆ। ਕਿਉਂ ਲੋਕਾਂ ਨੂੰ ਬੇਵਕੂਫ ਬਣਾਉਂਦੇ ਹੋ? ਤੁਸੀਂ ਤੇ ਸਿਆਣੇ ਬੰਦੇ ਹੋ, ਕੋਈ ਹੋਰ ਤੁਹਾਡਾ ਪ੍ਰਵਕਤਾ ਕਹਿੰਦਾ ਤੇ ਮੈਂ ਮੰਨ ਲੈਂਦਾ। ਹਮੇਸ਼ਾ ਜਿਹੜੀ ਸਰਕਾਰ ਹੁੰਦੀ ਹੈ, ਚਾਹੇ ਦਿੱਲੀ ਦੀ ਸਰਕਾਰ ਹੈ, ਉਹਨੇ ਨੋਟੀਫਾਈ ਕੀਤਾ, ਗਵਰਨਰ ਦੇ ਔਰ ਲੈਫਟੀਨੈਂਟ ਗਵਰਨਰ ਦੇ ਸਾਈਨ ਬਾਅਦ ਚ ਹੁੰਦੇ ਆ। ਨਾ ਬਣਾਓ ਲੋਕਾਂ ਨੂੰ ਮੂਰਖ, ਬਹੁਤ ਹੋ ਗਿਆ। ਤੁਸੀਂ ਤੇ ਸਿਆਣੇ ਬੰਦੇ ਹੋ, ਤੁਹਾਨੂੰ ਕੋਈ ਹੋਰ ਵਕਤਾ ਬੋਲਦਾ। ਚਲੋ ਠੀਕ ਹੈ, ਮੈਨੂੰ ਬਾਕੀ ਮਹਿਮਾਨਾਂ ਦਾ ਰੁਕ ਕਰ ਲੈਣ ਇੱਕ ਵਾਰੀ। ਇੱਕ ਮਿੰਟ ਜਵਾਬ ਦੇ ਦਿਓ। ਦਿੱਲੀ ਦੀ ਸਰਕਾਰ ਦੇ ਜਿਹੜੇ ਗੈਸਟ ਟੀਚਰ ਆ ਉਹਨਾਂ ਦੀ ਤਨਖਾਹ ਵਧਾਉਣਾ ਤੇ ਉਹਨਾਂ ਦੀ ਪਰਮਾਨੈਂਟ ਕਰਨ ਵਾਸਤੇ ਨੋਟੀਫਾਈ ਕੀਤਾ ਹੋਇਆ, ਤੁਹਾਡੇ ਐਲਜੀ ਕਿਉਂ ਨਹੀਂ ਕੀਤਾ ਅਜੇ ਤੱਕ? ਤੁਸੀਂ ਇਹਦੀ ਗੱਲ ਕਰੋ, ਗੱਲਾਂ ਨਾ ਪਹਿਲਾਂ ਇੱਥੇ ਦੀ ਗੱਲ ਕਰੋ ਜਿਹੜੀ ਅੱਜ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਹੀਂ ਹੋਣ। ਤੁਸੀਂ ਜਿਹੜੀ ਗੱਲ ਕਰ ਰਹੇ ਹੋ, ਥੋੜੀ ਆਵਾਜ਼ ਕਲੀਅਰ ਨਹੀਂ ਆ ਰਹੀ, ਮੈਂ ਵਾਪਸ ਆਉਂਗਾ, ਆਪਾਂ ਇਸ ਪੁਆਇੰਟ ਦੇ ਉੱਤੇ ਗੱਲ ਕਰ ਲਾਂਗੇ। ਮੈਂ ਇਸ ਪੁਆਇੰਟ ਤੇ ਵਾਪਸ ਆਉਂਗਾ। ਸੰਧਵਾ ਸਾਹਿਬ ਦੀ ਆਵਾਜ਼ ਕਲੀਅਰ ਨਹੀਂ ਆ ਰਹੀ, ਥੋੜਾ ਨੈਟਵਰਕ ਇਸ਼ੂ ਹੈ। ਮੈਂ ਕਿੰਗਰਾ ਜੀ ਦਾ ਰੁਖ ਕਰਦਾ ਹਾਂ। ਕਿੰਗਰਾ ਜੀ, ਕਾਂਗਰਸ ਕਿਵੇਂ ਦੇਖਦੀ ਹੈ ਇਸ ਨੂੰ? ਕਿਉਂਕਿ ਮੀਟਿੰਗਾਂ ਹੋਈਆਂ, ਤੁਸੀਂ ਤਾਂ ਕਿਹਾ 18 ਦੇ ਵਿੱਚੋਂ 17 ਮੰਗਾਂ ਮੰਨ ਲਈਆਂ ਕਿਸਾਨਾਂ ਦੀਆਂ, ਤੇ ਹੁਣ ਉਹ ਤੁਹਾਡੇ ਖਿਲਾਫ ਮੋਰਚਾ ਖੋਲ ਕੇ ਬੈਠ ਗਏ ਨੇ, ਉਹ ਵੀ ਸਿਆਸੀ ਤੌਰ ਦੇ ਉੱਤੇ ਇਲੈਕਸ਼ਨ ਤੋਂ ਪਹਿਲਾਂ। ਕਿੰਗਰਾ ਜੀ। ਗੌਰਵ ਜੀ, ਜਿਹੜਾ ਹੁਣ ਕੁਲਤਾਰ ਸਿੰਘ ਸੰਧਵਾ ਹੋਰਾਂ ਨੇ ਕਿਹਾ ਹੈ ਕਿ ਉਹ ਨੋਟੀਫਿਕੇਸ਼ਨ ਕੀਤੀ, ਗਵਰਨਰ ਦਾ ਰਾਜ ਹੈ, ਇਹਨਾਂ ਦੀ ਅਸੈਂਬਲੀ ਦੇ ਵਿੱਚ ਇਹ ਕਾਨੂੰਨ ਜਿਹੜੇ ਨੇ ਰੈਟੀਫਿਕੇਸ਼ਨ ਹੋਈ ਹੈ ਉਹਨਾਂ ਦੀ, ਇਹਨਾਂ ਨੇ ਆਪਦੀ ਅਸੈਂਬਲੀ 'ਚ ਪਾਸ ਕੀਤੇ ਨੇ। ਮੈਂ ਤੁਹਾਨੂੰ ਕੱਲ ਨੂੰ ਸਵੇਰੇ ਜਾਂ ਕੁਲਤਾਰ ਸਿੰਘ ਸੰਧਵਾ ਨੂੰ ਕਾਪੀ ਭੇਜ ਦਾਂਗਾ ਉਹਦੀ। ਇਹਨਾਂ ਦੇ ਅਸੈਂਬਲੀ ਦਾ ਰੈਜ਼ੋਲੂਸ਼ਨ ਹੈ, ਨਾ ਕਿ ਨੋਟੀਫਿਕੇਸ਼ਨ ਹੈ ਉਹ। ਠੀਕ ਹੈ, ਇਹਨਾਂ ਨੂੰ ਪਤਾ ਹੋਣਾ ਚਾਹੀਦਾ, ਅਪਡੇਟ ਕਰਨਾ ਚਾਹੀਦਾ ਆਪਦੇ ਆਪ ਨੂੰ। ਕੱਲੀ ਭਾਰਤ ਦੀ ਇੱਕੋ ਹੀ ਅਸੈਂਬਲੀ ਹੈ ਜਿਹਨੇ ਉਹਨਾਂ ਨੂੰ ਰੈਟੀਫਿਕੇਸ਼ਨ ਕੀਤੀ ਸੀ, ਉਹ ਸੀ ਦਿੱਲੀ ਦੀ ਅਸੈਂਬਲੀ। ਇਹ ਹੈ ਸੱਚਾਈ। ਦੂਜੀ ਗੱਲ ਜਿਹੜੀ ਤੁਸੀਂ ਕਰਦੇ ਹੋ, ਆਮ ਆਦਮੀ ਪਾਰਟੀ ਹੁਣ ਕੱਛਾਂ ਝੱਤ ਦੇਈ ਫਿਰਦੀ ਹੈ। ਜੇ ਕਿਸਾਨ ਜਿਹੜਾ ਸੰਯੁਕਤ ਸਮਾਜ ਮੋਰਚਾ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਨਾਲ ਹੱਥ ਮਿਲਾਏਗਾ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਅਕਾਲੀ ਦਲ ਹੈ, ਚਾਹੇ ਉਹ ਬੀਜੇਪੀ ਹੈ, ਤੇ ਇਹਨਾਂ ਦੇ ਵਿੱਚ ਵੰਡੀਆਂ ਪੈ ਜਾਣੀਆਂ ਨੇ। ਇਹਨਾਂ ਦਾ ਜਿਹੜਾ ਉਹ ਘਸੁੰਨ ਵਾਲਾ ਜਿਹੜੀ ਤਾਕਤ ਹੈ, ਉਹ ਉਂਗਲਾਂ ਦੀ ਤਾਕਤ ਰਹਿ ਜਾਣੀ ਹੈ। ਕਿਉਂਕਿ ਅੱਧੇ ਬੰਦੇ ਜਿਹੜੇ ਹੈ ਉਹ ਇਹਨਾਂ ਨਾਲ ਇਸ ਕਰਕੇ ਜੁੜੇ ਹੈ ਕਿ ਇਹ ਸੰਯੁਕਤ ਕਿਸਾਨ ਮੋਰਚਾ ਹੈ। ਜਿਸ ਦਿਨ ਇਹ 117 ਸੀਟਾਂ ਤੋਂ 116 ਸੀਟਾਂ ਤੇ ਲੜਨਗੇ ਤੇ 1 ਸੀਟ ਆਮ ਆਦਮੀ ਪਾਰਟੀ ਨੂੰ ਦੇ ਦੇਣਗੇ, ਉਸੇ ਦਿਨ ਇਹਨਾਂ ਦੀ ਵਜੂਦ ਜਿਹੜਾ ਹੈ ਸੰਯੁਕਤ ਕਿਸਾਨ ਮੋਰਚੇ ਦਾ, ਉਹ ਲੋਕਾਂ ਦੇ ਵਿੱਚ ਘਟ ਜਾਣਾ ਹੈ। ਨਹੀਂ, ਕਿੰਗਰਾ ਸਾਹਿਬ ਸਹਿਮਤੀ ਲੱਗ ਰਹੀ ਹੈ, ਜਾਣਦੇ ਨੇ, ਲੱਗ ਰਿਹਾ ਕਿ ਇਸੇ ਗੱਲ ਦੇ ਉੱਤੇ ਸਹਿਮਤੀ ਬਣੀ ਹੈ ਕਿ ਸ਼ਾਇਦ ਆਮ ਆਦਮੀ ਪਾਰਟੀ ਦੇ ਲਈ ਰੁਲਦੂ ਸਿੰਘ ਮਾਨਸਾ ਦਾ ਬਿਆਨ ਤੁਸੀਂ ਸੁਣਿਆ ਹੋਣਾ। ਦੇਖੋ, ਰੁਲਦੂ ਸਿੰਘ ਮਾਨਸਾ 22 ਦੇ ਵਿੱਚੋਂ ਇੱਕ ਹੈ। ਇਸ ਕਰਕੇ ਤੁਸੀਂ ਇਹਨਾਂ 22 ਬੰਦਿਆਂ ਦੇ ਜਿਹੜੇ ਵਿਚਾਰ ਨੇ ਉਹਨਾਂ ਨੂੰ, ਜੇ ਮੈਂ ਤਾਂ ਹਾਲਾਤ ਕਰਦਾ ਨਾਰਮਲ ਹਾਲਾਤਾਂ ਦੀ ਗੱਲ, ਜੇ ਸੰਯੁਕਤ ਕਿਸਾਨ ਮੋਰਚਾ ਇਲੈਕਸ਼ਨ ਲੜਦਾ 117 ਸੀਟਾਂ ਤੇ ਤਾਂ 10-15 ਸੀਟਾਂ ਉਹ ਲਿਜਾ ਸਕਦੇ ਆ। ਉਹ ਸੀਟਾਂ ਹੋਣਗੀਆਂ ਜਿਹੜੀਆਂ ਕਿ ਉਹ ਕਾਂਗਰਸ ਤੋਂ ਨੂੰ ਢਾਹ ਲਾਉਣਗੇ ਤੇ ਕੁਝ ਢਾਹ ਜਿਹੜੀ ਅਕਾਲੀ ਦਲ ਨੂੰ ਲਾਉਣਗੇ, ਤੇ ਆਮ ਆਦਮੀ ਪਾਰਟੀ ਨੂੰ ਤਾਂ ਐਵੇਂ 4-5 ਬੰਦੇ ਰਹਿ ਜਾਣਗੇ। ਮੈਨੂੰ ਤਾਂ ਉਹ ਵੀ ਨਹੀਂ ਲੱਗਦਾ ਸ਼ਾਇਦ ਆ ਜਾਣ। ਪਰ ਜੇ ਉਹ ਇਹਨਾਂ ਨਾਲ ਰਲ ਕੇ ਲੜਦੇ ਆ, ਨਾ ਇਹਨਾਂ ਨੂੰ ਕੁਝ ਮਿਲਣਾ ਤੇ ਨਾ ਉਹਨਾਂ ਨੂੰ ਕੁਝ ਮਿਲਣਾ। ਇਹ ਯਾਦ ਰੱਖਿਓ ਮੇਰੀ ਗੱਲ, ਠੀਕ ਹੈ? ਇਹ ਰਿਕਾਰਡ ਕਰ ਲਓ। ਨਹੀਂ, ਕਾਂਗਰਸ ਪ੍ਰੈਸ਼ਰ ਫੀਲ ਕਰ ਰਹੀ ਹੈ ਜਿਹੜੀਆਂ ਪਿੰਡਾਂ ਵਾਲੀਆਂ ਵੋਟਾਂ ਉਸ ਨੂੰ ਲੈ ਕੇ। ਨਹੀਂ, ਪ੍ਰੈਸ਼ਰ ਦੇਖੋ, ਕਾਂਗਰਸ ਤੇ ਕੋਈ ਪ੍ਰੈਸ਼ਰ ਨਹੀਂ ਹੈ। ਕਾਂਗਰਸ ਤੇ ਅਕਾਲੀ ਦਲ ਦੋ ਐਸੀਆਂ ਪਾਰਟੀਆਂ ਨੇ ਜਿਹੜੀਆਂ ਕਾਡਰ ਬੇਸਡ ਪਾਰਟੀਆਂ ਨੇ। 18-20% ਸਾਡਾ ਕਾਡਰ ਹੈ
19-20% ਜਿਹੜਾ ਉਹ ਅਕਾਲੀ ਦਲ ਦਾ ਕਾਡਰ ਹੈ। ਕਾਡਰ ਦੇ ਵਿੱਚੋਂ ਜਿਹੜਾ ਸਪਾਈ ਹੈ ਉਹ ਪਾਸੇ ਨਹੀਂ ਜਾਂਦਾ ਕਦੇ ਵੀ। ਜੇ ਤੁਸੀਂ ਯਾਦ ਰੱਖਣਾ, ਕਾਡਰ ਜਿਹੜਾ ਹੈ ਨਾ, ਜੇ ਬੀਜੇਪੀ ਪੋਲਰਾਈਜ਼ ਕਰ ਰਹੀ ਹੈ ਹਿੰਦੂ ਵੋਟ ਨੂੰ, ਦੋ ਕਿਸਮ ਦੀ ਵੋਟ ਹੈ ਉੱਥੇ। ਇੱਕ ਵੋਟ ਹੈ ਜਿਹੜੀ ਖੜੀ ਹੁੰਦੀ ਹੈ ਬਿਨਾਂ ਕਾਡਰ ਤੋਂ, ਇੱਕ ਵੋਟ ਹੈ ਜਿਹੜੇ ਕਾਂਗਰਸ ਦੇ ਮੈਂਬਰ ਨੇ। ਜਿਹੜੇ ਕਾਂਗਰਸ ਦੇ ਮੈਂਬਰ ਨੇ, ਚਾਹੇ ਸਿੱਖ ਨੇ, ਚਾਹੇ ਹਿੰਦੂ ਨੇ, ਚਾਹੇ ਕਿਸਾਨ ਨੇ, ਚਾਹੇ ਮਜ਼ਦੂਰ ਨੇ, ਉਹਨਾਂ ਨੇ ਵੋਟ ਕਾਂਗਰਸ ਨੂੰ ਪਾਉਣੀ ਹੈ। ਜਿਹੜੇ ਅਕਾਲੀ ਦਲ ਦੇ ਮੈਂਬਰ ਨੇ ਉਹਨਾਂ ਨੂੰ ਅਕਾਲੀ ਦਲ ਨੂੰ ਪਾਉਣੀ ਹੈ। ਸਵਾਲ ਇਹ ਹੈ ਨਾਨ ਕਮਿਟਡ ਵੋਟਾਂ ਦਾ। ਦੇਖੋ ਜਦੋਂ ਐਨਾਲਿਸਿਸ ਕਰਦੇ ਆ ਨਾ, ਉਦੋਂ ਕੁਲਤਾਰ ਸਿੰਘ ਸੰਧਵਾ ਤਾਂ ਹੁਣ ਐਵੇਂ ਮਾਰੀ ਜਾਂਦੇ ਹਵਾ 'ਚ ਗੱਲਾਂ, ਉਹਨਾਂ ਦਾ ਹਾਸਾ ਨਿਕਲਦਾ ਵਿੱਚੋਂ ਵੀ ਸ਼ਾਇਦ ਪਤਾ ਨਹੀਂ ਕਿਸਾਨ ਸਾਡੇ ਨਾਲ ਰਲ ਕੇ ਇਲੈਕਸ਼ਨ ਲੜਨਗੇ। ਜਿਸ ਦਿਨ ਰਲ ਕੇ ਲੜਨਗੇ ਉਸੇ ਦਿਨ ਸੰਯੁਕਤ ਕਿਸਾਨ ਮੋਰਚਾ ਦੀ ਤਿਆਰੀ ਲੱਗਦੀ ਹੈ। ਬਿਲਕੁਲ ਮੌਜੂਦ ਹੈ। ਤੁਸੀਂ ਬੇਸ਼ੱਕ ਕਹਿ ਰਹੇ ਹੋ, ਪਰ ਤਿਆਰੀ ਤਾਂ ਪੂਰੀ ਲੱਗ ਰਹੀ ਹੈ ਇਸ ਸਮੇਂ। ਉਹ ਤੁਹਾਨੂੰ ਐਵੇਂ ਲੱਗਦਾਗਾ ਤੁਸੀਂ ਬਣਾ ਰਹੇ ਹੋ ਤਿਆਰੀ, ਮੀਡੀਆ ਨੇ। ਇਹ ਜਿਹੜੇ ਟਾਈਗਰ ਬਣਾਏ ਜਾਂਦੇ ਨੇ ਨਾ, ਇਹ ਮੀਡੀਆ ਦੇ ਟਾਈਗਰ ਬਣਾਏ ਜਾਂਦੇ ਨੇ। ਤੁਸੀਂ 2017 'ਚ ਵੀ ਇਹਨਾਂ ਨੂੰ ਟਾਈਗਰ ਬਣਾਇਆ ਸੀ, ਪਰ ਇਹ ਬਿੱਲੀ ਦੀ ਬਿੱਲੀ ਬਣ ਕੇ ਰਹਿ ਗਏ। ਮੈਂ ਤੁਹਾਨੂੰ ਉਹਦੇ ਵੀ ਤੁਹਾਡੇ ਟੀਵੀ ਦੇ ਉੱਤੇ, ਜਦੋਂ ਤੁਸੀਂ ਜ਼ੀ ਟੀਵੀ 'ਚ ਹੁੰਦੇ ਸੀ, ਮੈਂ ਤੁਹਾਨੂੰ ਇੰਟਰਵਿਊ ਦਿੱਤਾ ਸੀਗਾ ਕਿ 20 ਤੋਂ ਵੱਧ ਜੇ ਸੀਟਾਂ ਆ ਗਈਆਂ ਆਮ ਆਦਮੀ ਪਾਰਟੀ ਦੀਆਂ ਤੇ ਮੈਂ ਸਿਆਸਤ ਛੱਡ ਦਿਆਂਗਾ। ਚਲੋ ਅੱਜ ਵੀ ਪ੍ਰੈਡਿਕਸ਼ਨ ਕਰ ਦਿਓ, ਅੱਜ ਵੀ ਪ੍ਰੈਡਿਕਸ਼ਨ ਕਰ ਦਿਓ, ਕਿਸਾਨ ਔਰ ਆਮ ਆਦਮੀ ਪਾਰਟੀ ਇਕੱਠੇ ਹੋਏ ਤਾਂ ਕਿੰਨੀਆਂ ਸੀਟਾਂ? ਜੇ 5 ਤੋਂ ਵੱਧ ਆਮ ਆਦਮੀ ਪਾਰਟੀ ਦੀਆਂ ਸੀਟਾਂ ਆ ਗਈਆਂ, ਮੈਂ ਸਿਆਸਤ ਛੱਡ ਦਿਆਂਗਾ। ਜੇ ਇਕੱਠੇ ਹੋ ਗਏ ਤਾਂ ਵਾਅਦਾ ਹੈ। ਹਾਂਜੀ, ਜੇ ਇਕੱਠੇ ਹੋ ਗਏ ਤਾਂ ਜਿਵੇਂ ਮਰਜ਼ੀ ਲੜ ਲੈਣ। ਜੇ ਆਮ ਆਦਮੀ ਪਾਰਟੀ ਦੀਆਂ 5 ਤੋਂ ਵੱਧ ਸੀਟਾਂ ਆਈਆਂ, ਮੈਂ ਸਿਆਸਤ ਛੱਡ ਦਿਆਂਗਾ। ਮੇਰਾ ਤੁਹਾਡਾ ਵਾਅਦਾ ਹੈ। ਕਲਿੱਪ ਵਾਇਰਲ ਹੋਣੀ ਹੈ ਸਰ, ਬਾਅਦ ਦੇ ਵਿੱਚ ਦੇਖ ਲਓ। ਮੈਂ ਕਹਿੰਦਾ ਤੁਹਾਨੂੰ ਮੇਰਾ ਵਾਅਦਾ, ਮੈਂ ਕਲਿੱਪ ਦੇਖੋ। ਕਿੰਗਰਾ ਝੂਠ ਨਹੀਂ ਬੋਲਦਾ, ਇਸੇ ਕਰਕੇ ਤਾਂ ਇਹਨਾਂ ਨੂੰ ਪਸੰਦ ਨਹੀਂ ਸੀ। ਇਹਨਾਂ ਦੀ ਪਾਰਟੀ ਮੈਂ ਛੱਡੀ ਕਿਉਂ? ਝੂਠੇ ਬੰਦੇ ਇਹ। ਉਹ ਕਹਿੰਦਾ ਮੈਂ ਕਮਿਸ਼ਨਰ ਰਿਹਾ ਉਹਦਾ ਇਨਕਮ ਟੈਕਸ ਦਾ, ਉਹ ਕਦੇ ਕਮਿਸ਼ਨਰ ਨਹੀਂ ਰਿਹਾਗਾ। ਉਹ ਐਡੀਸ਼ਨਲ ਕਮਿਸ਼ਨਰ, ਡਿਪਟੀ ਕਮਿਸ਼ਨਰ ਸੀ, ਜੁਆਇੰਟ ਕਮਿਸ਼ਨਰ ਸੀ। ਉਹ ਕਦੇ ਕਮਿਸ਼ਨਰ, ਉਹਨੂੰ ਫਿਰ ਚਿੱਠੀ ਲਿਖਣੀ ਪਈ ਉਹਨਾਂ ਦੀ ਐਸੋਸੀਏਸ਼ਨ ਨੇ ਕਿ ਤੂੰ ਭਾਈ ਕਦੇ ਕਮਿਸ਼ਨਰ ਨਹੀਂ ਰਿਹਾ, ਜੇ ਤੂੰ ਹੁਣ ਬੋਲਣੋਂ ਨਹੀਂ ਹਟੇਗਾ ਅਸੀਂ ਤੇਰੇ ਤੇ ਐਕਸ਼ਨ ਲੈ ਲਾਂਗੇ। ਮੇਰੇ ਕੋਲ ਚਿੱਠੀ ਦੀ ਕਾਪੀ ਹੈ, ਮੈਂ ਤੁਹਾਨੂੰ ਭੇਜ ਸਕਦਾਗਾ। ਜਿਹੜਾ ਬੰਦੇ ਨੂੰ ਇੰਨੀ ਇਗੋ ਹੈ, ਚੀਫ ਮਿਨਿਸਟਰ ਦਿੱਲੀ ਹੋ ਕੇ ਝੂਠ ਬੋਲ ਰਿਹਾ ਕਿ ਮੈਂ ਕਮਿਸ਼ਨਰ ਰਿਹਾ ਇਨਕਮ ਟੈਕਸ ਦਾ। ਸੰਧਵਾ ਸਾਹਿਬ ਤੁਹਾਡੇ ਪੁਰਾਣੇ ਸਾਥੀ ਨੇ, ਮੁਸਕਰਾ ਰਹੇ ਨੇ, ਪਰ ਥੋੜਾ ਜਿਹਾ ਇੰਤਜ਼ਾਰ ਕਰਿਓ। ਬਰਾੜ ਸਾਹਿਬ ਅੱਜ ਬਹੁਤ ਇੰਤਜ਼ਾਰ ਬਰਾੜ ਸਾਹਿਬ ਨੂੰ ਕਰਨਾ ਪਿਆ। ਮੇਰੇ ਪਿੰਡ ਦੇ ਵੀ ਨੇ, ਮੇਰੇ ਦੋਸਤ ਵੀ ਨੇ, ਮੇਰਾ ਪਿੰਡ ਵੀ ਇਹਨਾਂ ਦੀ ਕੰਸਟੀਚੁਐਂਸੀ 'ਚ ਪੈਂਦਾ ਹੈ। ਮੈਂ ਨਹੀਂ ਕਹਿੰਦਾ ਤੁਸੀਂ ਵੋਟਰ ਹੋ ਮਤਲਬ ਇਹਨਾਂ ਦੇ। ਉਹ ਸੰਧਵਾ ਸਾਹਿਬ ਦਾ ਇੱਕ ਛੋਟਾ ਜਿਹਾ ਮੋਹਰਾ ਹੈ, ਆਮ ਆਦਮੀ ਪਾਰਟੀ ਦਾ, ਕੇਜਰੀਵਾਲ ਐਂਡ ਕੰਪਨੀ ਹੈ। ਸੰਧਵਾ ਦਾ ਕੀ ਹੈ ਉੱਥੇ? ਚਲੋ ਮੈਂ ਇੱਕ ਵਾਰੀ ਤੁਹਾਡੇ ਕੋਲ ਵਾਪਸ ਆਉਣਾ। ਮੈਂ ਬਰਾੜ ਸਾਹਿਬ ਦਾ ਰੁਖ ਕਰਦਾ। ਬਰਾੜ ਸਾਹਿਬ, ਅਕਾਲੀ ਦਲ ਕਿਵੇਂ ਦੇਖਦਾ ਹੈ? ਦੇਖੋ, ਕਿਸਾਨ ਆਗੂ ਚਾਹੇ ਇੱਕ ਦਾ ਹੀ ਬਿਆਨ ਆਇਆ ਹੋਵੇ, ਉਹ ਸਪਸ਼ਟ ਸ਼ਬਦਾਂ ਦੇ ਵਿੱਚ ਕਹਿ ਗਏ ਕਿ ਅਕਾਲੀ ਦਲ ਦੇ ਨਾਲ ਤਾਂ ਸਾਡਾ ਕੋਈ ਗੱਠਜੋੜ ਵਾਲਾ ਕੋਈ ਸੀਨ ਬਣਦਾ ਹੀ ਨਹੀਂ। ਪਰ ਅਕਾਲੀ ਦਲ ਇਸ ਪੂਰੇ ਮੁੱਦੇ ਉੱਤੇ, ਕਿਸਾਨਾਂ ਦੇ ਪੂਰੇ ਇਸ਼ੂ ਦੇ ਉੱਤੇ ਕਿਤੇ ਨਾ ਕਿਤੇ ਬੈਕਫੁੱਟ ਤੇ ਕਦੇ ਰਿਹਾ। ਭਾਈਵਾਲ ਵੀ ਤੁਹਾਨੂੰ ਗਵਾਉਣੇ ਪਏ, ਔਰ ਕੈਬਨਿਟ ਵਾਲਾ ਰੈਂਕ ਵੀ ਗਿਆ, ਅਤੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਦੇਣੇ ਪਏ। ਅੱਜ ਚੋਣ ਮੈਦਾਨ ਦੇ ਵਿੱਚ ਉਤਰਨ ਦਾ ਐਲਾਨ, ਔਰ ਤੁਹਾਡੇ ਸਾਹਮਣੇ ਹੁਣ ਵਿਰੋਧੀ ਦੀ ਤਰ੍ਹਾਂ ਖੜੇ ਨੇ। ਦੇਖੋ, ਇੱਕ ਗੱਲ ਕਹਾਂ ਕਿ ਸਾਡੇ ਦੇਸ਼ ਦਾ ਸੰਵਿਧਾਨ ਹਰੇਕ ਬੰਦੇ ਨੂੰ ਇਲੈਕਸ਼ਨ ਲੜਨ ਦਾ ਜਿਹੜਾ ਆਜ਼ਾਦ ਦਿੰਦਾ ਹੈ, ਔਰ ਕਿਸਾਨਾਂ ਨੇ ਨਵੀਂ ਪਾਰਟੀ ਦਾ ਗਠਨ ਕੀਤਾ। ਮੈਂ ਆਪਣੇ ਵੱਲੋਂ, ਪਾਰਟੀ ਵੱਲੋਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ, ਔਰ ਕਹੂੰਗਾ ਕਿ ਚੰਗੀ ਗੱਲ ਹੈ। ਇਹ ਸਾਡੇ ਇੱਕ ਕਹਿ ਲਈਏ ਕਿ ਲੋਕਤੰਤਰ ਦੇ ਵਿੱਚ ਵਧੀਆ ਫੈਸਲੇ ਜਾਂ ਵਧੀਆ ਬੰਦੇ ਬਦਲ ਕੇ ਜਾਂ ਬਦਲਾਅ ਸਾਰਾ ਕੁਝ ਦੇਖਣਾ ਚਾਹੀਦਾ। ਪਰ ਮੈਂ ਇੱਕ ਬੇਨਤੀ ਕਰਾਂ ਕਿ ਉਹ ਗੱਲ ਤਾਂ ਹਾਸੇ ਵਾਲੀ ਹੈ, ਪਰ ਅੱਜ ਸੁਣਾਉਣ ਨੂੰ ਬੜੀ ਢੁੱਕਦੀ ਹੈ। ਇੱਕ ਵਾਰੀ ਮਾਸਟਰ ਤਾਰਾ ਸਿਉਂ ਤੇ ਸੰਤ ਫਤਿਹ ਸਿੰਘ ਲਹਿਦਾ ਹੋ ਗਏ। ਉਹ ਜਦੋਂ ਲਹਿਦਾ ਹੋ ਗਏ ਤੇ ਇੱਕ ਸਾਧ ਸੰਗਤ ਬੋਰਡ ਨਾਂ ਦੀ ਉਹਨਾਂ ਨੇ ਪਾਰਟੀ ਦਾ ਗਠਨ ਕਰ ਲਿਆ। ਉਹ ਜਦੋਂ 4-6 ਮਹੀਨੇ ਬਾਅਦ ਨਾ ਚੱਲੀ ਤੇ ਤੁਹਾਡੇ ਮੇਰੇ ਵਰਗੇ ਵਿੱਚ ਪੈ ਗਏ, ਵਾਪਸ ਲਿਆਏ। ਤੇ ਉਹ ਕਿਸੇ ਤੁਹਾਡੇ ਵਰਗੇ ਸਿਆਣੇ ਪੱਤਰਕਾਰ ਨੇ ਪੁੱਛਿਆ, ਉਹ ਕਹਿੰਦੇ ਜੀ ਸਾਧ ਸੰਗਤ ਬੋਰਡ ਦਾ ਕੀ ਬਣਿਆ? ਉਹ ਕਹਿੰਦਾ ਜੀ ਸੰਗਤ ਤਾਂ ਸਾਡੇ ਨਾਲ ਪਹਿਲਾਂ ਹੀ ਨਹੀਂ ਆਈ, ਤੇ ਸਾਧ, ਉਹ ਆਪਣੇ ਆਪ ਨੂੰ ਸਾਧ ਕਹਿੰਦੇ ਨੇ, ਸਾਧ ਕਹਿੰਦਾ ਆ ਕੇ ਪਾਰਟੀ ਚ ਰਲ ਗਿਆ, ਬੋਰਡ ਕਹਿੰਦਾ ਸੀ ਜਿੱਥੇ ਲਾਇਆ ਸੀ ਉੱਤੇ ਕੋਠੇ ਤੇ ਸਿੱਟਤਾ, ਤੇ ਕਹਿੰਦੇ ਕੰਮ ਖਤਮ ਹੋ ਗਿਆ। ਸੰਯੁਕਤ ਮੋਰਚੇ ਨੂੰ ਮੈਂ ਇੱਕ ਬੇਨਤੀ ਕਰਾਂ ਕਿ ਇਹਨਾਂ ਨੇ ਇਹ ਮੋਰਚਾ ਲੜਿਆ, ਔਰ ਆਮ ਆਦਮੀ ਪਾਰਟੀ, ਕਾਂਗਰਸ ਪਾਰਟੀ ਤੇ ਅਕਾਲੀ ਦਲ, ਸਾਰੀਆਂ ਪਾਰਟੀਆਂ ਦੇ ਕਿਸਾਨਾਂ ਨੇ ਸਹਿਯੋਗ ਦਿੱਤਾ, ਸਾਰੀਆਂ ਪਾਰਟੀਆਂ ਨੇ ਵੀ ਸਹਿਯੋਗ ਦਿੱਤਾ। ਉਹ ਤਾਂ ਲੜਾਈ ਲੜੀ ਗਈ ਸੀ। ਤੇ ਹੁਣ ਜਦੋਂ ਉੱਥੋਂ ਮੋਰਚੇ ਚੋਂ ਆਏ ਨਾ, ਮੇਰੀ ਟਰਾਲੀ ਗੌਰਵ ਜੀ ਮੇਰੇ ਘਰੇ ਆ ਗਈ। ਜੇ ਕਿਸੇ ਕਾਂਗਰਸੀ ਦਾ ਟਰੈਕਟਰ ਟਰਾਲੀ ਖੜਾ ਸੀ ਉਹਦੇ ਘਰੇ ਜਾ ਵੜਿਆ, ਜੇ ਕੋਈ ਆਮ ਆਦਮੀ ਪਾਰਟੀ ਦਾ ਸੀ ਉਹਦੇ ਘਰੇ ਜਾ ਵੜਿਆ। ਤੇ ਅੱਜ ਜੇ ਕੋਈ ਆਖੇ ਕਿ ਸਾਰੇ ਦੀ ਸਾਰੀ ਉਨੀ ਤਾਕਤ ਇੱਕ ਥਾਂ ਤੇ ਇਕੱਠੀ ਹੋ ਜੂਗੀ, ਇਹ ਮੇਰਾ ਖਿਆਲ ਹੈ ਕਿ ਬਹੁਤ ਵੱਡਾ ਭੁਲੇਖਾ ਹੋਊਗਾ। ਅਸੀਂ ਤੇ ਇੱਕ ਗੱਲ ਕਹਿੰਦੇ ਆ ਕਿ ਸਾਡੀ ਵੋਟ ਤੇ ਸਾਡਾ ਕਾਡਰ ਪਰਮਾਤਮਾ ਤੋਂ ਡਰ ਕੇ ਕਹਿੰਦੇ ਆ। ਪੰਜਾਬ ਦੀ ਕੰਧ ਤੇ ਲਿਖਿਆ ਪਿਆ, ਜਿੰਨੀਆਂ ਧਿਰਾਂ ਵੱਧ ਇਲੈਕਸ਼ਨ ਲੜਨਗੀਆਂ ਉਨੀਆਂ ਹੀ ਸਾਡੀਆਂ ਸੀਟਾਂ ਪਰਮਾਤਮਾ ਦੀ ਮਿਹਰ ਨਾਲ ਵੱਧਦੀਆਂ ਤੁਰੀਆਂ ਜਾਣਗੀਆਂ। ਤਕੜੇ ਹੋ ਕੇ ਲੜਨ, ਚੰਗੀ ਗੱਲ ਆ, ਸਾਡੀਆਂ ਤਾਂ ਸ਼ੁਭ ਕਾਮਨਾਵਾਂ ਨੇ। ਠੀਕ ਹੈ, ਮੈਂ ਕੁਲਵੰਤ ਸੰਧੂ ਜੀ ਤੁਹਾਡਾ ਰਿਐਕਸ਼ਨ ਚਾਹਾਂਗਾ ਇਹਦੇ ਉੱਪਰ। ਦੇਖੋ, ਕਹਿ ਰਹੇ ਨੇ ਕਿ ਜਿਸ ਤਰੀਕੇ ਨਾਲ ਉਤਰ ਰਹੇ ਹੋ, ਕਾਂਗਰਸ ਦੇ ਨੁਮਾਇੰਦੇ ਕਹਿੰਦੇ ਕਿ ਜੇ ਤੁਸੀਂ ਗਠਜੋੜ ਕਰ ਲਿਆ ਤਾਂ 5 ਸੀਟਾਂ ਨਹੀਂ ਆਉਣੀਆਂ,
ਜੇ ਆਮ ਆਦਮੀ ਪਾਰਟੀ ਦੇ ਨਾਲ ਚਲੇ ਗਏ? ਬੜੇ ਹੈਰਾਨੀ ਦੀ ਗੱਲ ਹੈ ਜੀ। ਅਸੀਂ 117 ਸੀਟਾਂ ਦਾ ਐਲਾਨ ਕੀਤਾ, ਕਿਹਨੇ ਕਿਹਾ ਆਮ ਦੇ ਨਾਲ ਜਾ ਰਹੇ ਆ? ਦੂਜੀ ਗੱਲ ਇਹ ਹੈ ਵੀ ਮੈਂ ਨਹੀਂ ਕਿਹਾਗਾ, ਗੌਰਵ ਨੇ ਕਿਹਾ ਤਾਂ ਜਵਾਬ ਦਿੱਤਾ ਮੈਂ, ਸੰਧਵਾ ਨੇ ਕਿਹਾ ਤਾਂ ਜਵਾਬ ਦਿੱਤਾ। ਤੁਸੀਂ ਨਹੀਂ ਜਾਣਾ, ਮੈਨੂੰ ਪਤਾ ਤੁਸੀਂ ਨਹੀਂ ਜਾਣਾ, ਮੈਨੂੰ 100% ਪਤਾ ਵੀ ਤੁਸੀਂ ਨਹੀਂ ਜਾਣਾ। ਨੋ ਵਿੱਚ ਟੋਕੋ ਨਾ ਜੀ। ਅਸੀਂ ਐਲਾਨ ਕੀਤਾ 117 ਸੀਟਾਂ ਦਾ। ਅਜ਼ਿਊਮ ਕਰਨਾ ਵੱਖਰੀ ਗੱਲ ਆ, ਇਹ ਨਹੀਂ ਕਰਨਾ ਚਾਹੀਦਾ। ਜਿਹੜਾ ਤੁਸੀਂ ਇਹ ਕਹਿੰਦੇ ਹੋ ਵੀ ਤੁਹਾਡੇ ਵੀ ਕਾਡਰ ਉੱਥੇ ਗਿਆ, ਅਕਾਲੀ ਦਲ ਦਾ ਵੀ ਕਾਡਰ ਗਿਆ ਜੀ। ਸਭ ਤੋਂ ਪਹਿਲਾਂ ਜਿਹੜੇ ਕਾਨੂੰਨ ਬਣਾਏ ਆ, ਗੈਟ ਸਮਝੌਤਾ ਹੋਇਆ, WTO ਬਣਿਆ, ਉਹ ਤਾਂ ਕਾਂਗਰਸ ਪਾਰਟੀ ਵੇਲੇ ਬਣਿਆ ਜੀ। ਇਹ ਵੱਖਰੀ ਗੱਲ ਆ ਵੀ ਉਹ ਲਾਗੂ ਹੋਏ ਬਣਿਆ। ਉਹ ਤਾਂ ਸਾਰੇ ਕਾਮਰੇਡ, ਉਹ ਚ ਰਸ਼ੀਆ ਵੀ ਮੈਂਬਰ ਹੈ, ਚਾਈਨਾ ਵੀ ਮੈਂਬਰ ਹੈ, ਜਿੱਥੇ ਸਭ ਤੋਂ ਵੱਧ ਕਮਿਊਨਿਸਟ ਹੈ, ਉਹਦਾ ਸਾਰਾ ਈਸਟਰਨ ਬਲਾਕ ਮੈਂਬਰ ਹੈ WTO ਦਾ। ਲੋਕੋ ਚਾਈਨਾ ਅਪਰ ਹੈਂਡ ਆ। ਸੰਧੂ ਸਾਹਿਬ ਮੈਂ WTO ਦੇ ਹੈੱਡਕੁਆਟਰ ਜਾ ਕੇ ਮੀਟਿੰਗਾਂ ਅਟੈਂਡ ਕਰਦਾ ਰਿਹਾ, ਮੈਨੂੰ ਪਤਾ WTO ਕਿਵੇਂ ਬਣਿਆ। ਜੇ ਵਿੱਚ ਨਾ ਬੋਲੋ ਤਾਂ ਚੰਗੀ ਗੱਲ ਆ ਜੀ। ਚਾਈਨਾ ਦਾ ਐਕਸਪੋਰਟ ਵਧਿਆ, ਇੰਪੋਰਟ ਘਟਿਆ। ਇੰਡੀਆ ਦਾ ਐਕਸਪੋਰਟ ਘਟਿਆ, ਇੰਪੋਰਟ ਵਧਿਆ। ਤੇ ਚੰਗਾ ਨਹੀਂ ਲੱਗਦਾ ਇਹ ਤਾਂ ਬੋਲਣਾ ਜੀ। ਮੈਂ ਸੰਧੂ ਸਾਹਿਬ ਕੰਪਲੀਟ ਕਰ ਲਓ, ਤੁਸੀਂ ਕਰ ਲਓ, ਕੰਪਲੀਟ ਕਰ ਲਓ। ਚਾਈਨਾ ਦੁਨੀਆ ਦੀ 1 ਨੰਬਰ ਦੀ ਤਾਕਤ ਬਣ ਗਈ ਆ। ਇੰਡੀਆ ਕਿੱਥੇ ਖੜਾ ਜੀ? ਚਾਈਨਾ ਦੀ GDP ਸਾਡੇ ਨਾਲੋਂ 5 ਗੁਣਾ ਆ ਜੀ। ਤੁਸੀਂ ਉਹਦਾ ਮੁਕਾਬਲਾ ਕਿਵੇਂ ਕਰ ਲਓਗੇ? ਉਹ ਤਾਂ ਇਸ ਵੇਲੇ ਦੁਨੀਆ ਦੀ 1 ਨੰਬਰ ਤਾਕਤ ਬਣ ਗਈ, ਅਮਰੀਕਾ ਨੂੰ ਵੀ ਕ੍ਰਾਸ ਕਰ ਗਿਆ। ਇੰਡੀਆ ਦਾ ਬਹੁਤ ਥੱਲੇ ਖੜਾ ਜੀ। ਤੁਸੀਂ ਕੋਈ ਰੋਡ ਮੈਪ ਲੈ ਕੇ ਆ ਰਹੇ ਹੋ ਪੰਜਾਬ ਦੇ ਲਈ? ਬਹੁਤ ਵੱਡਾ। ਨਹੀਂ, ਲੋਕਾਂ ਨੂੰ ਦੱਸਣਾ ਪੈਣਾ ਸਰ। ਤੁਹਾਨੂੰ ਤਾਂ ਇਹ ਵੀ ਦੱਸਣਾ ਪਊਗਾ ਕਿ ਜੇ ਮੁੱਖ ਮੰਤਰੀ ਰਾਜੇਵਾਲ ਹੋਣਗੇ ਤਾਂ ਗ੍ਰਹਿ ਮੰਤਰੀ ਕੌਣ ਹੋਏਗਾ, ਪੰਜਾਬ ਦਾ ਫਾਈਨਾਂਸ ਮਿਨਿਸਟਰ ਕੌਣ ਹੋਏਗਾ ਜੇ ਤੁਹਾਡੀ ਸਰਕਾਰ ਬਣ ਗਈ? ਇਹ ਛੋਟੀਆਂ ਗੱਲਾਂ ਹੁੰਦੀਆਂ ਜੀ। ਮੋਰਚੇ ਨੇ ਸਰਕਾਰ ਚਲਾਉਣੀ ਆ, ਬੰਦੇ ਨਹੀਂ ਸਰਕਾਰ ਚਲਾਉਣੀ। ਸਰਕਾਰਾਂ ਜਿਹੜੀਆਂ ਕਾਂਗਰਸੀਆਂ ਜਾਂ ਅਕਾਲੀਆਂ ਦੀਆਂ, ਉਹ ਇੱਕ ਟੱਬਰ ਚਲਾਉਂਦਾ। ਇਹ ਸਰਕਾਰ ਟੱਬਰ ਨਹੀਂ ਚਲਾਊਗਾ। ਇੱਥੇ ਤੁਸੀਂ ਸੈਂਡ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ, ਠੇਕਾ ਮਾਫੀਆ, ਇਹਨਾਂ ਨੂੰ ਤੁਸੀਂ ਸਾਰਿਆਂ ਨੂੰ ਬੰਦ ਕਰਕੇ ਸਰਕਾਰ ਦੇ ਕੰਟਰੋਲ ਚ ਰਹਿਓ ਤਾਂ ਪੰਜਾਬ ਨੂੰ ਘਾਟਾ ਹੀ ਨਹੀਂ ਪੈਂਦਾ ਕੋਈ ਜੀ। ਇੱਥੇ ਤੇਲੰਗਾਨਾ ਦੇ ਵਿੱਚ 5000 ਕਰੋੜ ਤੋਂ ਬਾਅਦ ਇਨਕਮ ਕੱਲੇ ਰੇਤੇ ਦੀ ਆ। ਠੀਕ ਹੈ, ਪੰਜਾਬ 'ਚ ਕਿੰਨੀ ਹੈ ਦੱਸੋ? ਚਲੋ ਮੈਂ ਇੱਕ ਰਿਐਕਸ਼ਨ ਲੈ ਲਾਂ ਹੁਣ। ਮੈਂ ਸੰਧਵਾ ਸਾਹਿਬ ਦਾ ਰੁਕ ਕਰਨਾ, ਪਰ ਕਿੰਗਰਾ ਸਾਹਿਬ ਇੱਕ ਛੋਟਾ ਜਿਹਾ ਰਿਐਕਸ਼ਨ ਤੁਹਾਡਾ। ਤੁਹਾਡੀ ਸਰਕਾਰ ਹੈ ਇਸ ਸਮੇਂ, ਤੁਹਾਡੀ ਪਾਰਟੀ ਦੀ ਸਰਕਾਰ ਹੈ, ਤੇ ਉਹੀ ਗੱਲ ਬਾਰ-ਬਾਰ ਉੱਠਦੀ ਹੈ ਵੱਖ-ਵੱਖ ਮੁੱਦਿਆਂ ਨੂੰ ਲੈ ਕੇ, ਮਾਫੀਆ ਰਾਜ ਨੂੰ ਲੈ ਕੇ। ਗੌਰਵ ਜੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਾਂਗਾ। ਇੱਕ ਪੋਟੈਂਸ਼ੀਅਲ ਹੁੰਦਾ ਹੈ, ਹਰੇਕ ਇਕਨੋਮੀ ਦਾ ਇੱਕ ਪੋਟੈਂਸ਼ੀਅਲ ਹੁੰਦਾ ਹੈ। ਜੇ ਤੁਸੀਂ, ਮੈਂ ਨਹੀਂ ਕਹਿੰਦਾ ਕਿ ਰੇਤੇ ਦੀ ਸਮਗਲਿੰਗ ਨਹੀਂ ਹੋ ਰਹੀ, ਮੈਂ ਨਹੀਂ ਕਹਿੰਦਾ ਕਿ ਸ਼ਰਾਬ ਦੀ ਸਮਗਲਿੰਗ ਨਹੀਂ ਹੋ ਰਹੀ, ਮੈਂ ਨਹੀਂ ਕਹਿੰਦਾ ਕਿ ਜਿਹੜਾ ਤੁਹਾਡਾ ਉਹ ਬਾਕੀ ਟਰਾਂਸਪੋਰਟ ਮਾਫੀਆ ਨਹੀਂ ਹੈਗਾ, ਸਾਰੇ ਹੈਗੇ, ਚੱਲ ਰਹੇ ਸੀ ਅਕਾਲੀਆਂ ਵੇਲੇ ਵੀ, ਹੁਣ ਵੀ ਚੱਲਦੇ ਆ, ਕੋਈ ਦੋ ਰਾਏ ਨਹੀਂ ਇਹ ਚ ਨਹੀਂ ਚੱਲਦੇਗੇ। ਮੈਂ ਨਹੀਂ ਕਹਿੰਦਾ, ਬਿਲਕੁਲ ਨਹੀਂ ਮੁੱਕਰਦਾ। ਲੇਕਿਨ ਇੱਕ ਗੱਲ ਯਾਦ ਰੱਖਣ ਸੰਧੂ ਸਾਹਿਬ ਤੇ ਸਾਰੇ ਜਿਹੜੇ ਕਹਿੰਦੇ ਨੇ ਮਾਡਲ ਹੈ ਸਾਡੇ ਕੋਲੇ ਪੰਜਾਬ ਦਾ, ਇਹ ਸਾਰਾ ਮਾਲੀਆ ਇਕੱਠਾ ਕਰਕੇ ਵੀ ਤੁਹਾਡੇ ਕੋਲੇ 40,000 ਕਰੋੜ ਰੁਪਇਆ ਡੈਟ ਸਰਵਿਸ ਦਾ ਨਹੀਂ ਹੋਣਾਗਾ। ਪੰਜਾਬ ਦੀ ਜਿਹੜੀ ਇਕਨੋਮੀ ਹੈ ਉਹ ਇਸ ਸਥਿਤੀ ਤੇ ਪਹੁੰਚ ਚੁੱਕੀ ਹੈ, ਇਹ ਨਾਨ ਵਾਇਬਲ ਹੋ ਗਈ। ਜਿੰਨਾ ਮਰਜ਼ੀ ਰੈਵਨਿਊ ਤੁਸੀਂ ਇਕੱਠਾ ਕਰ ਲਿਓ ਜੀ, ਅਨਲੈਸ ਐਂਡ ਅਨਟਿਲ ਕੋਈ ਇਹੋ ਜਿਹਾ ਬੰਦਾ ਨਹੀਂ ਮਿਲਦਾ ਜਿਹੜਾ ਆਊਟ ਆਫ ਦੀ ਬਾਕਸ ਨਹੀਂ ਸੋਚਦਾ। ਦੱਸੋ ਤੁਸੀਂ 5,000 ਕਰੋੜ ਰੁਪਏ ਰੇਤੇ ਤੋਂ ਲੈ ਲਓਗੇ, 5,000 ਕਰੋੜ ਰੁਪਏ ਟਰਾਂਸਪੋਰਟ ਚ ਲੈ ਲਓਗੇ, 20,000 ਕਰੋੜ ਰੁਪਏ ਤੁਸੀਂ ਲੈ ਲਓਗੇ ਸ਼ਰਾਬ ਚੋਂ, ਫਿਰ ਕਿੰਨਾ ਬਣਿਆ ਟੋਟਲ? ਭਗਵੰਤ ਮਾਨ ਕਹਿੰਦੇ ਰੇਤੇ ਚੋਂ ਆ ਜਾਣਾ 20,000 ਕਰੋੜ, ਤਾਂ ਰੇਤੇ ਚੋਂ ਆ ਜਾਣਾ ਕਹਿੰਦੇ 20,000 ਕਰੋੜ। ਗੌਰਵ 20,000 ਕਰੋੜ ਲੈ ਕੇ ਵੀ ਕਿੱਥੇ ਖੜੂਗੀ ਗੱਲ? ਨਾਨ ਵਾਇਬਲ ਹੈ ਇਕਨੋਮੀ ਤਾਂ ਵੀ। ਉਹ ਤੁਹਾਡਾ ਡੈਟ ਸਰਵਿਸ ਜਿੰਨਾ ਪੈਸਾ ਵੀ ਨਹੀਂ ਬਣਦਾਗਾ, ਕਦੇ ਕਰਕੇ ਵੇਖੋ। ਠੀਕ, ਕੈਲਕੂਲੇਸ਼ਨ ਕਰੋ ਬੈਠ ਕੇ। ਲੋਕਾਂ ਨੂੰ ਬੇਵਕੂਫ ਨਾ ਬਣਾਓ। ਪੰਜਾਬ ਦੇ ਵਿੱਚ ਪੂਰੀ ਦੀ ਪੂਰੀ ਜਿਹੜੀ ਮਾਲੀ ਸਥਿਤੀ ਹੈ ਉਹ ਨਾਨ ਵਾਇਬਲ ਸਟੇਜ ਤੇ ਪਹੁੰਚ ਚੁੱਕੀ ਹੈ। ਡੈਟ ਸਰਵਿਸ ਦਾ ਪੈਸਾ ਇੰਨਾ ਹੋ ਚੁੱਕਿਆ ਹੈ ਜਿਹੜਾ ਕਿ ਸਾਤੋਂ ਪੂਰਾ ਨਹੀਂ ਹੋਣਾ। ਤਨਖਾਹਾਂ ਨਹੀਂ ਦਿੱਤੀਆਂ ਜਾਣੀਆਂ, ਪੈਨਸ਼ਨਾਂ ਨਹੀਂ ਦਿੱਤੀਆਂ ਜਾਣੀਆਂ। ਜਿਹੜੇ 25,000 ਜਾਂ 25 ਲੱਖ ਲੋਕ ਵਾਅਦੇ ਕਰਦੇ ਨੇ। ਬਿਲਕੁਲ ਕਿੰਗਰਾ ਸਾਹਿਬ, ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਮੈਨੂੰ ਲੱਗਦਾ ਕਿ ਆਪਾਂ ਨੂੰ ਇਹਦੇ ਉੱਪਰ ਇੱਕ ਅਲੱਗ ਤੋਂ ਡਿਬੇਟ ਜਾਂ ਅਲੱਗ ਤੋਂ ਡਿਸਕਸ਼ਨ ਰੱਖਣੀ ਚਾਹੀਦੀ ਤਾਂ ਕਿ ਲੋਕਾਂ ਨੂੰ ਸਮਝ ਆਵੇ ਇਸ ਗੱਲ ਬਾਰੇ ਕਿ ਜਿਹੜਾ ਡਾਟਾ ਲਿਆਓ, ਪੋਲੀਟੀਕਲ ਸਟੇਟਮੈਂਟ ਨਹੀਂ ਦੇਣੀ। ਠੀਕ ਹੈ ਸੰਧਵਾ ਸਾਹਿਬ, ਦੇਖੋ ਆਮ ਆਦਮੀ ਪਾਰਟੀ ਦੇ ਉੱਤੇ ਐਲੀਗੇਸ਼ਨਸ ਵੀ ਲੱਗ ਰਹੇ ਨੇ, ਦੂਜੇ ਪਾਸੇ ਤੁਹਾਡੇ ਹਲਕੇ ਦੇ ਹੀ ਨੇ ਇੰਗਰੀਨਾ ਸਾਹਿਬ, ਉਹ ਵੀ ਬਹੁਤ ਸਾਰੇ ਸਵਾਲ ਚੁੱਕ ਰਹੇ ਨੇ। ਦੇਖੋ ਜੀ, ਮੇਰੇ ਵੱਡੇ ਭਰਾ ਇਹ ਸਵਾਲ ਚੁੱਕਣਾ ਇਹਨਾਂ ਦਾ ਕੰਮ ਆ। ਤੇ ਮੈਂ ਤਾਂ ਇੱਕੋ ਗੱਲ ਕਹਿਣਾ ਵੀ ਅਰਵਿੰਦ ਕੇਜਰੀਵਾਲ ਜੀ ਨੇ ਜਦੋਂ ਦਿੱਲੀ ਦੀ ਸਰਕਾਰ ਸੰਭਾਲੀ ਸੀ ਉਦੋਂ 30,000 ਕਰੋੜ ਦਾ ਉਹਨਾਂ ਦਾ ਬਜਟ ਸੀ, ਤੇ ਅੱਜ 65,000 ਕਰੋੜ ਦਾ ਹੋ ਗਿਆ ਉੱਥੇ। ਔਰ ਇਹ ਰਿਕਾਰਡ ਦੀ ਗੱਲ ਹੈ, ਇਹ ਕੋਈ ਪੋਲੀਟੀਕਲ ਸਟੇਟਮੈਂਟ ਨਹੀਂ ਹੈ। ਉਹ ਆਊਟ ਆਫ ਦਾ ਬਾਕਸ ਸੋਚਣ ਵਾਲਾ ਲੀਡਰ ਸਾਨੂੰ ਮਿਲ ਗਿਆ। ਔਰ ਐਤਕੀ ਪੰਜਾਬ ਦੇ ਲੋਕਾਂ ਨੇ ਇਹ ਠਾਣ ਲਈ ਹੈ ਵੀ ਨੀਲੇ ਵੀ ਦੇਖ ਲਏ, ਚਿੱਟੇ ਵੀ ਦੇਖ ਲਏ, ਐਤਕੀ ਕੇਜਰੀਵਾਲ ਨੂੰ ਮੌਕਾ ਦੇਣਾ। ਇਹ ਤਾਂ ਗੱਲ ਹੋ ਗਈ। ਬਾਕੀ ਗੱਲ ਇਹ ਹੈ ਵੀ ਜਿਹੜੇ ਮੋਰਚੇ ਨੇ ਇੰਨੀ ਸਿਆਣਪ ਦੇ ਨਾਲ 3 ਕਾਲੇ ਕਾਨੂੰਨ ਵਾਪਸ ਕਰਾ ਲਏ,
ਕਿੰਨੇ ਛੜਯੰਤਰ ਉੱਥੇ ਚੱਲੇ, ਉਹਦੇ ਲੀਡਰ ਕਦੇ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਗੇ, ਕੋਈ ਇਸ ਤਰ੍ਹਾਂ ਦਾ ਕਦਮ ਨਹੀਂ ਚੱਕਣਗੇ ਜਿਹਦੇ ਨਾਲ ਉਹ ਕਾਨੂੰਨ ਬਣਾਉਣ ਵਾਲੇ ਹੀ ਉਹ ਸਾਨੂੰ ਇੱਥੋਂ ਲੁੱਟਣ ਵਾਲੇ ਇੱਕ ਮਾਫੀਆ ਗੜਾਉਣਾ ਭੁੱਲ ਗਏ ਸੀ ਕਿੰਗਰਾ ਸਾਹਿਬ, ਆ ਜਿਹੜਾ ਚਿੱਟੇ ਵਾਲਾ ਮਾਫੀਆ, ਚਿੱਟਾ ਸਾਨੂੰ ਇੱਥੇ ਲਿਆ ਕੇ ਦੇਣ ਵਾਲੇ, ਠੀਕ ਹੈ ਜੀ, ਉਹ ਦੁਬਾਰਾ ਆ ਜਾਣ। ਇਹ ਮੈਨੂੰ ਪੂਰਾ ਯਕੀਨ ਹੈ, ਮੈਨੂੰ ਪੂਰਾ ਯਕੀਨ ਹੈ, ਮੈਨੂੰ ਪੂਰਾ ਯਕੀਨ ਹੈ। ਕੁਲਤਾਰ ਸਿੰਘ ਚਿੱਟੇ ਵਾਲਾ ਮਾਫੀਆ ਰੈਵਨਿਊ ਨੂੰ ਕੰਟਰੀਬਿਊਟ ਨਹੀਂ ਕਰਦਾ। ਦੇਖੋ ਜੀ, ਰੈਵਨਿਊ ਕੰਟਰੀਬਿਊਟ ਨਹੀਂ ਕਰਦਾ ਚਿੱਟੇ ਵਾਲਾ ਮਾਫੀਆ। ਮੈਂ ਤੁਹਾਨੂੰ ਯਾਦ ਰੱਖੋ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਦੇਖੋ ਕਿਹਦੇ ਨਾਲ ਗੱਲ ਕਰ ਰਹੇ ਹੋ, ਸੋਚੋ। ਚਿੱਟੇ ਵਾਲੇ ਮਾਫੀਆ ਦਾ 1 ਪੈਸਾ ਰੈਵਨਿਊ ਚ ਨਹੀਂ ਆਉਣਾ। ਮੈਂ ਤੁਹਾਨੂੰ ਇਹ ਗੱਲ ਦੱਸਦਾ, ਚਿੱਟਾ ਵੇਚਣ ਲੱਗ ਜਾਓਗੇ ਤੁਸੀਂ ਫੇਰ। ਦੇਖੋ ਜੀ ਮੇਰੀ ਗੱਲ ਸੁਣੋ, ਜਿਹੜੀ ਸਾਡਾ ਹਿਊਮਨ ਐਸੈਟ ਹੈ, ਜਿਹੜੇ ਸਾਡੇ ਬੱਚੇ ਆ, ਇਹ ਸਭ ਤੋਂ ਵੱਡਾ ਰੈਵਨਿਊ ਸਾਡਾ। ਸਾਡੇ ਘਰ ਤਬਾਹ ਹੋ ਗਏ, ਉਹ ਕੰਮ ਕਰਨ ਜੋਗੇ ਨਹੀਂ ਰਹੇ। ਤੁਸੀਂ ਗੱਲ ਕਰਦੇ ਹੋ ਜੀ, ਇਹ ਵੀ ਸਾਡਾ ਰੈਵਨਿਊ ਆ, ਸਾਡਾ ਐਸੈਟ ਹੈ। ਸਮਾਂ ਪੂਰਾ ਹੋਣਾ। ਔਰ ਗੱਲ ਇਹ ਹੈ ਸਭ ਮੈਂ ਪੁਆਇੰਟ ਤੇ ਵਾਪਸ ਆਵਾਂ। ਤੁਸੀਂ ਵੈਲਕਮ ਕਰ ਰਹੇ ਹੋ, ਤੁਸੀਂ ਕਹਿ ਰਹੇ ਹੋ ਗੱਲਬਾਤ ਨਹੀਂ ਹੋ ਰਹੀ, ਤੁਸੀਂ ਠੀਕ ਹੈ, ਤੁਸੀਂ ਕਿਸਾਨ ਜਥੇਬੰਦੀਆਂ ਦਾ ਵੈਲਕਮ ਕਰ ਰਹੇ ਹੋ, ਸੰਯੁਕਤ ਸਮਾਜ ਮੋਰਚੇ ਦਾ ਵੈਲਕਮ ਕਰ ਰਹੇ ਹੋ ਕਿ ਆਓ ਆਪਾਂ ਗੱਲਬਾਤ ਕਰੀਏ ਬੈਠ ਕੇ, ਕੋਈ ਗੱਠਜੋੜ ਵਾਲੇ ਪਾਸੇ ਨੂੰ ਅੱਗੇ ਵਧੀਏ। ਦੇਖੋ ਰਾਜਨੀਤੀ ਦੇ ਵਿੱਚ ਸੰਭਾਵਨਾਵਾਂ ਨੂੰ ਕਦੋਂ ਤੁਸੀਂ ਮਨਾ ਕਰ ਸਕਦੇ ਹੋ ਜੀ, ਮਨਫੀ ਕਰ ਸਕਦੇ ਹੋ, ਜਦੋਂ ਤੁਹਾਡੀ ਸੋਚ ਇੱਕ ਹੋਵੇ ਤਾਂ। ਸੰਭਾਵਨਾਵਾਂ ਹਮੇਸ਼ਾ ਰਹਿੰਦੀਆਂ, ਲੇਕਿਨ ਹਜੇ ਤੱਕ ਕੋਈ ਗੱਲਬਾਤ ਨਹੀਂ ਹੋਈ। ਵੈਲਕਮ ਕਰ ਰਹੇ ਹੋ ਨਾ ਸਰ? ਮੈਂ ਤਾਂ ਕਹਿ ਰਿਹਾ ਕਿ ਵੈਲਕਮ ਕਰ ਰਹੀ ਆਮ ਆਦਮੀ ਪਾਰਟੀ ਕਿ ਨਹੀਂ? ਮੈਂ ਤਾਂ ਉੱਥੇ ਆਪ ਜਾਂਦਾ ਰਿਹਾ ਜੀ, ਮੈਂ ਦੱਸੂਗਾ ਇੱਥੇ, ਮੈਂ ਬਤੌਰ ਕਿਸਾਨ ਉੱਥੇ ਜਾਂਦਾ ਰਿਹਾ ਜੀ, ਔਰ ਮੈਂ ਜਾਊਂਗਾ। ਮੈਂ ਆਪ ਕਿਸਾਨ ਹੈ, ਵੈਲਕਮ ਕੀ ਕਰਨਾ, ਅਸੀਂ ਸਾਰੇ ਕਿਸਾਨ ਆ, ਅਸੀਂ ਸਾਡਾ ਪੰਜਾਬ ਅਸੀਂ ਸਾਹਮਣਾ। ਮੈਂ ਕਿੰਗਰਾ ਸਾਹਿਬ ਤੁਹਾਡੇ ਕੋਲ ਆ ਰਿਹਾ, ਬਰਾੜ ਸਾਹਿਬ ਕੁਝ ਕਹਿਣਾ ਚਾਹ ਰਹੇ ਹੋ। ਇੱਕ ਸੈਕਿੰਡ ਸਲੀਮ ਸਾਹਿਬ, ਇੱਕ ਸੈਕਿੰਡ। ਬਰਾੜ ਜੀ। ਗੌਰਵ ਜੀ, ਮੈਂ ਇੱਕ ਮੈਨੂੰ ਬੜੀ ਨਾ ਸੰਧਵਾ ਸਾਹਿਬ ਦੀ ਗੱਲ ਤੋਂ ਬੜਾ ਹਾਸਾ ਆ ਗਿਆ। 20 ਚੋਂ 11 ਐਮਐਲਏ ਭੱਜ ਗਏ। ਉਹ ਕਹਿੰਦੇ ਸੀ ਨਾ ਅੱਗ ਮੰਗਣ ਆਈ ਤੇ ਮਾਲਕ ਬਣ ਬੈਠੀ। ਸਾਡੇ ਪੰਜਾਬ, ਸਾਡਾ ਪੰਜਾਬ ਕੱਲੇ ਤੁਹਾਡਾ ਪੰਜਾਬ ਹੈ, ਸਭ ਦਾ ਸਾਂਝਾ ਪੰਜਾਬ ਹੈ। ਔਰ ਪਾਕਿਸਤਾਨ ਦੀ ਤਰਫੋਂ ਔਰ ਬਾਕੀ ਦੀਆਂ ਤਾਕਤਾਂ ਜਿਹੜੀਆਂ ਸਾਡੀਆਂ ਲੱਗੀਆਂ ਹੋਈਆਂ ਪੰਜਾਬ ਨੂੰ ਕਮਜ਼ੋਰ ਕਰਨ ਲਈ, ਇਹਨਾਂ ਗੱਲਾਂ ਤੇ ਸਾਨੂੰ ਸਿਰ ਜੋੜਨਾ ਪੈਣਾ। ਇੱਕ ਦੂਜੇ ਦੇ ਉੱਤੇ ਦੂਸ਼ਣ ਨਹੀਂ ਮੜਨੇ ਚਾਹੀਦੇ। ਤੁਸੀਂ ਕਹਿੰਦੇ ਸੀ ਅਸੀਂ ਕਿੰਨੇ ਦਿਨਾਂ ਚ ਚਿੱਟਾ ਖਤਮ ਕਰ ਦਿਆਂਗੇ, ਕਾਂਗਰਸ ਪਾਰਟੀ ਉਦੋਂ ਕਹਿੰਦੀ ਸੀ 4 ਹਫ਼ਤਿਆਂ ਚ ਖਤਮ ਕਰ ਦਾਂਗੇ। ਇਸ ਕਰਕੇ ਇਹ ਜਿਹੜੇ ਮੁੱਦੇ ਨੇ ਸਾਡੇ ਸਾਂਝੇ ਪੰਜਾਬ ਦੇ, ਇਹਦੇ ਤੇ ਤਾਂ ਮੈਂ ਤਾਂ ਇੱਕ ਸੁਝਾਅ ਦੇਵਾਂਗਾ ਕਿ ਸਾਰੀਆਂ ਪਾਰਟੀਆਂ ਨੂੰ ਇੱਕ ਸਾਂਝਾ ਫੋਰਮ ਵੀ ਬਣਾਉਣਾ ਚਾਹੀਦਾ ਹੈ। ਫਿਰ ਝੂਠੀ ਕੱਲੀ ਸਿਆਸਤ ਲਈ ਨਹੀਂ ਬੋਲੀ ਜਾਣਾ ਚਾਹੀਦਾ। ਔਰ ਸੰਧਵਾ ਸਾਹਿਬ, ਤੁਸੀਂ ਉਹ ਜਵਾਬ ਨਹੀਂ ਦਿੱਤਾ ਜਿਹੜਾ ਕਾਲਾ ਬਿੱਲ ਸਭ ਤੋਂ ਪਹਿਲਾਂ ਨੋਟੀਫਾਈ ਕੀਤਾ ਸੀ। ਮੈਂ ਵੀ ਉਸੇ ਤਰ੍ਹਾਂ ਉਜਾਗਰ ਕਰਨੀ ਸੀ ਗੱਲ ਕਿ ਉਹ ਕਾਨੂੰਨ ਬਣਿਆ ਸੀ, ਐਵੇਂ ਕੋਈ ਐਲਜੀ ਨੇ ਕਾਗਜ਼ ਨਹੀਂ ਸੀ ਕੱਢਿਆ, ਕਿੰਗਰਾ ਸਾਹਿਬ ਨੇ ਡਿਟੇਲ ਚ ਦੱਸੀ ਹੈ। ਔਰ ਕਿਸਾਨਾਂ ਨੇ ਜੇ ਪਾਰਟੀ ਬਣਾਈ ਹੈ, ਅਸੀਂ ਤੇ ਵੈਲਕਮ ਕਰਦੇ ਹਾਂ। ਲੋਕਤੰਤਰ ਦੇ ਵਿੱਚ ਕੋਈ ਵੀ ਅੱਗੇ ਵਧ ਸਕਦਾ, ਹਰ ਬੰਦੇ ਨੂੰ ਮੌਕਾ ਹੈ। ਠੀਕ ਹੈ, ਮੇਰੇ ਕੋਲ ਬਹੁਤ ਥੋੜਾ ਸਮਾਂ ਹੈ। ਕਿੰਗਰਾ ਸਾਹਿਬ ਕੁਝ ਕਹਿਣਾ? ਮੈਂ ਸਰੀਨ ਸਾਹਿਬ ਤੁਹਾਡੇ ਕੋਲ ਆਣਾ। ਕਿੰਗਰਾ ਹਾਂ, ਦੇਖੋ ਜੀ, ਪੰਜਾਬ ਦੇ ਵਿੱਚ ਆਪਦੇ ਜਵਾਕਾਂ ਦੀ ਸਹੁੰ ਖਾ ਕੇ ਕਾਂਗਰਸ ਨਾਲ ਹੱਥ ਮਿਲਾ ਸਕਦਾ ਹੈ। ਐਤਵਾਰ ਨਾ ਕਰੋ, ਸਭ ਆ ਰਿਹਾ, ਤੁਹਾਡੇ ਤੋਂ ਜਵਾਬ ਦਊਂਗਾ। ਕਿੰਗਰਾ ਆਪਦੇ ਜਵਾਕਾਂ ਦੀ ਸਹੁੰ ਖਾ ਕੇ ਕਾਂਗਰਸ ਨਾਲ ਹੱਥ ਮਿਲਾ ਲੈਂਦਾ ਕੇਜਰੀਵਾਲ। ਉਹਦੇ ਤੇ ਕੋਈ ਇਤਬਾਰ ਨਾ ਕਰੋ ਵੀ ਕਿੱਥੇ ਜਾਊਗਾ ਕਿੱਥੇ ਖੜੂਗਾ। ਉਹ ਤਾਂ ਗਰਜ਼ ਦੀ ਖਾਤਰ ਕਿਤੇ ਵੀ ਖੜ ਸਕਦਾ ਹੈ, ਕਿਤੇ ਵੀ ਡਿੱਗ ਸਕਦਾ। ਉਹਦੀਆਂ ਪੰਜਾਬ 'ਚ ਗਰੰਟੀਆਂ ਕਿਵੇਂ ਚੱਲਣਗੀਆਂ? ਦੇਖੋ ਜੀ, ਅਰਵਿੰਦ ਕੇਜਰੀਵਾਲ ਐਸਾ ਪੋਲੀਟੀਸ਼ੀਅਨ ਹੈ ਜਿਹਨੇ ਇਹ ਗੱਲ ਕਹੀ ਦਿੱਲੀ ਦੇ ਲੋਕਾਂ ਨੂੰ, ਜਿਹੜੇ ਸਭ ਤੋਂ ਵੱਧ ਸਿਆਣੇ ਪੜ੍ਹੇ ਲਿਖੇ ਲੋਕ ਨੇ, ਵੀ ਜੇ ਮੈਂ ਕੰਮ ਕੀਤਾ ਤਾਂ ਵੋਟਾਂ ਪਾਓ, ਜੇ ਮੈਂ ਚਿੱਟੇ ਤੇ ਲੋਕ ਲਾਏ ਆ ਫਿਰ ਬਿਲਕੁਲ ਨਾ ਪਾਇਓ, ਜੇ ਮੈਂ ਕੰਮ ਨਹੀਂ ਕੀਤਾ ਨਾ ਪਾਇਓ। ਔਰ ਇਸੇ ਗੱਲ ਨੂੰ ਪੰਜਾਬ ਦੇ ਲੋਕ ਐਪਰੀਸ਼ੀਏਟ ਕਰਦੇ ਆ। ਇਸ ਵਾਰ ਤਾਂ ਝਾੜੂ ਵੱਜਣਾ ਹੀ ਵੱਜਣਾ, ਜਿੰਨਾ ਮਰਜ਼ੀ ਰੌਲਾ ਪਾ ਲਓ, ਪਾਈ ਜਾਓ। ਸਰੀਨ ਸਾਹਿਬ ਵੱਜਣਾ ਕੀ ਇਹ ਸਵਾਲ ਇਹ ਹੈ। ਸਰੀਨ ਸਾਹਿਬ। ਗੌਰਵ ਜੀ, ਦੇਖੋ ਅਸੀਂ ਸਾਰੇ ਸਵਾਗਤ ਕਰਦੇ ਹਾਂ। ਕੋਈ ਵੀ ਲੋਕਤੰਤਰ ਦੀ ਖੂਬਸੂਰਤੀ ਹੈ ਕਿ ਕੋਈ ਵੀ ਚੁਣਾਵ ਲੜ ਸਕਦਾ, ਕੋਈ ਵੀ ਮੋਰਚਾ ਬਣਾ ਸਕਦਾ। ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਲਓ। ਸੰਧਵਾ ਸਾਹਿਬ ਕਹਿੰਦੇ ਮੈਂ ਜਾ ਕੇ ਆਇਆ ਮੋਰਚੇ 'ਚ, ਹੈ ਜੀ। ਕਾਂਗਰਸ ਵਾਲੇ ਕਹਿੰਦੇ ਅਸੀਂ ਜਾ ਕੇ ਆਏ, ਅਕਾਲੀ ਦਲ ਵਾਲੇ ਕਹਿੰਦੇ ਅਸੀਂ ਜਾ ਕੇ ਆਏ। ਮੈਂ ਤਾਂ ਨਹੀਂ ਗਿਆ, ਮੈਂ ਨਹੀਂ ਗਿਆ ਜੀ। ਨਹੀਂ, ਕਾਂਗਰਸ ਵਾਲੇ ਕਹਿ ਰਹੇ। ਮੈਂ ਕਿੰਗਰ ਸਾਹਿਬ ਤੁਹਾਡਾ ਨਾਂ ਨਹੀਂ ਲਿੱਤਾ, ਮੈਂ ਕਾਂਗਰਸ ਵਾਲੇ ਕਹਿ ਰਿਹਾ। ਤੁਹਾਡੇ ਸੁਨੀਲ ਜਾਖੜ ਜੀ ਦਾ ਬਿਆਨ ਹੈਗਾ ਕਿ ਅਸੀਂ ਆਪਣੇ ਵਰਕਰ ਭੇਜੇ ਨੇ। ਮਜ਼ੇਦਾਰ ਗੱਲ ਦੇਖੋ, ਸੰਯੁਕਤ ਕਿਸਾਨ ਮੋਰਚਾ ਸਮਝਦਾ ਸਾਰੀ ਫੌਜ ਸਾਡੀ ਸੀਗੀ। ਉਹ ਇੱਥੇ ਜਿਹੜੇ 4 ਬੈਠੇ ਆ ਰਿਪਰੈਜ਼ੈਂਟੇਟਿਵ, ਮੈਂ ਸੰਧਵਾ ਸਾਹਿਬ ਨੂੰ ਪੁੱਛਦਾ ਜਾ ਕੇ ਆਏ ਨੇ, ਤੁਸੀਂ ਜੇ ਤੁਹਾਡਾ ਅਲਾਈਅੰਸ ਨਹੀਂ ਹੁੰਦਾ ਤੁਸੀਂ ਸੰਯੁਕਤ ਕਿਸਾਨ ਮੋਰਚੇ ਨੂੰ ਵੋਟ ਪਾ ਦੋਗੇ ਆਪ ਦੀ ਜਗ੍ਹਾ ਤੇ? ਇੱਥੇ ਪਿਕਚਰ ਕਲੀਅਰ ਹੁੰਦੀ ਹੈ। ਉਹ ਬਈ ਉੱਥੇ ਇੱਕ ਰਾਜਨੀਤਿਕ ਮੰਤਵ ਦੇ ਨਾਲ ਬੀਜੇਪੀ ਨੂੰ ਕਾਰਨਰ ਕਰਨ ਵਾਸਤੇ ਤੁਸੀਂ ਸਾਰੇ ਰਲ ਕੇ ਗਏ ਸੀਗੇ। ਹੁਣ ਜਦੋਂ ਚੁਣਾਵ ਆਣੇ ਆ, ਆਪਣੀ ਪਾਰਟੀ ਨੂੰ ਵੋਟ ਪਾਓਗੇ ਕਿ ਸੰਯੁਕਤ ਕਿਸਾਨ ਮੋਰਚੇ ਦੇ ਉਮੀਦਵਾਰਾਂ ਨੂੰ ਵੋਟ ਪਾਓਗੇ? ਇੱਥੋਂ ਹੀ ਤੁਹਾਨੂੰ ਇੱਥੇ 4 ਬੈਠੇ। ਸੰਧਵਾ ਸਾਹਿਬ, ਠੀਕ ਹੈ, ਪੁਆਇੰਟ ਵੈਲਿਡ ਹੈ ਤੁਹਾਡਾ। ਕਿਸਾਨੀ ਬਚਾਉਣ ਗਏ, ਅਸੀਂ ਦਿੱਲੀ ਗਏ ਸੀ ਬਤੌਰ ਕਿਸਾਨ। ਪਾਰਟੀ ਦੀ ਗੱਲ ਕਰਦਾ ਪਿਆ।
ਅਸੀਂ ਦਿੱਲੀ ਗਏ ਅਸੀਂ ਦਿੱਲੀ ਗਏ ਸੀ ਬਤੌਰ ਕਿਸਾਨ। ਠੀਕ ਹੈ, ਇਸ ਕਰਕੇ ਅਸੀਂ ਬਤੌਰ ਕਿਸਾਨ ਦਿੱਲੀ ਗਏ ਸੀ। ਅਸੀਂ ਬਤੌਰ ਕਿਸਾਨ ਦਿੱਲੀ ਗਏ ਸੀ ਔਰ ਕਿਸੇ ਬੀਜੇਪੀ ਦੇ ਖਿਲਾਫ ਨਹੀਂ ਗਏ ਸੀ। ਅਸੀਂ 3 ਕਾਲੇ ਕਾਨੂੰਨਾਂ ਦੇ ਖਿਲਾਫ ਗਏ ਸੀ ਔਰ ਉਹ ਵਾਪਸ ਜਿੱਤ ਕੇ ਮੁੜੇ ਆ ਅਸੀਂ। ਮੇਰਾ ਪ੍ਰਸ਼ਨ ਇਹ ਹੈ ਕਿ ਕੀ ਤੁਸੀਂ ਆਪ ਦੀ ਜਗ੍ਹਾ ਸੰਯੁਕਤ ਕਿਸਾਨ ਮੋਰਚੇ ਨੂੰ ਵੋਟ ਪਾਓਗੇ? ਮੇਰਾ ਪ੍ਰਸ਼ਨ ਇੰਨਾ। ਠੀਕ ਹੈ, ਜਵਾਬ ਲੈ ਲਈਏ, ਜਵਾਬ ਲੈ ਲਈਏ, ਗੱਲ ਤਾਂ ਹੀ ਕੰਪਲੀਟ ਹੋਏਗੀ। ਸੰਧਵਾ ਸਾਹਿਬ ਦੇਖੋ ਜੀ, ਜਵਾਬ ਦਿਓ। ਅਸੀਂ ਦਿੱਲੀ ਬਤੌਰ ਆਮ ਆਦਮੀ ਪਾਰਟੀ ਨਹੀਂ ਗਿਆ ਸੀ। ਮੈਂ ਸੰਧਵਾ ਸਾਹਿਬ ਸਿਰਫ ਇੰਨਾ ਜਵਾਬ ਦੇ ਦਿਓ। ਮੈਂ ਦਿੱਲੀ ਬਤੌਰ ਆਮ ਆਦਮੀ ਪਾਰਟੀ ਨਹੀਂ ਗਿਆ। ਜਵਾਬ ਦੇ ਦਿਓ। ਤੁਸੀਂ ਸੰਯੁਕਤ ਮੋਰਚੇ ਨੂੰ ਲੈ ਲਈਏ ਨਾ ਸਰੀਨ ਸਾਹਿਬ, ਸਮਾਂ ਖਰਾਬ ਹੋ ਜਾਏਗਾ, ਜਵਾਬ ਤਾਂ ਲੈ ਲੈਣ ਦਿਓ। ਹਾਂ, ਮੈਂ ਦਿੱਲੀ ਬਤੌਰ ਕਿਸਾਨ ਗਿਆ ਸੀ। ਕਿਸਾਨ ਦਾ ਪੁੱਤ ਹੋਣ ਦੇ ਨਾਂ ਤੇ ਗਿਆ ਸੀ, ਪੰਜਾਬੀ ਹੋਣ ਦੇ ਨਾਂ ਤੇ ਗਿਆ ਸੀ, ਕਿਉਂਕਿ ਡਾਕਾ ਵੱਜ ਰਿਹਾ ਸਾਡੇ ਮਜ਼ਦੂਰਾਂ ਦੇ ਹੱਕਾਂ ਤੇ, ਸਾਡੇ ਕਿਸਾਨਾਂ ਦੇ, ਸਾਡੇ ਕਾਰੋਬਾਰੀਆਂ ਦੇ, ਆੜ੍ਹਤੀਆਂ ਦੇ, ਦੁਕਾਨਦਾਰਾਂ ਦੇ ਹੱਕਾਂ ਤੇ ਡਾਕਾ ਵੱਜ ਰਿਹਾ ਸੀ ਔਰ ਅਸੀਂ ਉਹ ਡਾਕਾ ਬਚਾ ਕੇ ਆਏ ਹਾਂ। ਸਾਨੂੰ ਮਾਣ ਹੈ। ਔਰ ਜਿਹੜੀ ਗੱਲ ਤੁਸੀਂ ਵੋਟ ਪਾਉਣ ਦੀ ਗੱਲ ਕਰਦੇ, ਰਾਜਨੀਤੀ ਦੇ ਵਿੱਚ ਸਭ ਕੁਝ ਸੰਭਵ ਹੈ। ਐਵਰੀਥਿੰਗ ਇਜ਼ ਪੋਸੀਬਲ ਇਨ ਪੋਲਿਟਿਕਸ। ਅਸੀਂ ਕੋਈ ਚਿੱਟਾ ਵੇਚਣ ਵਾਲੇ ਨਾਲ ਹੱਥ ਨਹੀਂ ਮਿਲਾਉਂਦੇ। ਅਸੀਂ ਕਿਸੇ ਨਾਲ ਆਪ ਦੀ ਟਿਕਟ ਤੇ ਖੜ ਕੇ ਅਸੀਂ ਕਿਸੇ ਨਾਲ ਮੋਰਚੇ ਨੂੰ ਵੋਟ ਪਾਓਗੇ? ਹੋ ਸਕਦਾ ਮੈਨੂੰ ਵੋਟ ਪਾ ਦੇਣ। ਇਹ ਗੱਲਾਂ ਜਿੰਨਾ ਗੱਲਾਂ ਦੇ ਵਿੱਚੋਂ ਲੜ ਕੇ ਆਪਣੀ ਵੋਟ ਸੰਯੁਕਤ ਕਿਸਾਨ ਮੋਰਚੇ ਉਮੀਦਵਾਰ ਨੂੰ ਪਾਓਗੇ? ਜਿੰਨਾ ਗੱਲਾਂ ਦੇ ਵਿੱਚ ਸੰਧਵਾ ਸਾਹਿਬ, ਤੁਸੀਂ ਆਪ ਦੀ ਟਿਕਟ ਤੇ ਚੁਣਾਵ ਲੜਦੇ ਹੋਏ ਕੀ ਤੁਸੀਂ ਸੰਯੁਕਤ ਕਿਸਾਨ ਮੋਰਚੇ ਨੂੰ ਵੋਟ ਪਾਓਗੇ? ਸਰੀਨ ਸਾਹਿਬ ਜਵਾਬ ਦਿਓ। ਇਹ ਡਿਸਾਈਡ ਮੈਂ ਤੁਸੀਂ ਆਪ ਦੀ ਟਿਕਟ ਤੇ ਖੜੋਗੇ? ਤੁਸੀਂ ਆਪ ਦੀ ਟਿਕਟ ਤੇ ਚੁਣਾਵ ਲੜਦੇ ਹੋਏ ਲੈ ਲਓ ਸਰ, ਜਵਾਬ ਲੈ ਲਓ। ਕੀ ਕਹਿ ਰਹੇ ਆ, ਸੁਣ ਤਾਂ ਲਓ। ਇਹ ਤਾਂ ਰੌਲਾ ਆਪਾਂ ਵਾਈਂਡ ਅਪ ਕਰਨਾ ਹੈ, ਸੁਣ ਤਾਂ ਲਈਏ। ਸੰਧਵਾ ਸਾਹਿਬ, ਇਹ ਤਾਂ ਰੌਂਡ ਨੇ ਜਵਾਬ ਉਹ ਕੰਮ ਕਰਨ ਲੱਪੇ। ਇਹ ਡਿਸਾਈਡ ਮੈਂ ਕਰਨਾ ਹੈ, ਮੇਰੀ ਪਾਰਟੀ ਨੇ ਕਰਨਾ ਹੈ। ਨਹੀਂ, ਸੰਯੁਕਤ ਕਿਸਾਨ ਮੋਰਚੇ ਨੇ ਕਰਨਾ ਹੈ। ਇਹ ਪੋਲਿਟਿਕਸ ਹੈ। ਇਹ ਤੁਹਾਨੂੰ ਅੱਜ ਕਿਵੇਂ ਕੋਈ ਦੱਸ ਦੂਗਾ ਜੀ? ਤੁਸੀਂ ਦੱਸ ਦਿਓ ਕਿਹਨੂੰ ਵੋਟ ਪਾਓਗੇ? ਇਹ ਤਾਂ ਗੱਲਾਂ ਕਰਦੇ ਆ ਜੀ। ਤੁਸੀਂ ਪਿਛਲੀ ਵਾਰੀ ਕਾਂਗਰਸ ਨੂੰ ਵੋਟ ਪਾਤੀ ਸੀ। ਮੈਂ ਬੀਜੇਪੀ ਨੂੰ ਵੋਟ ਪਾਉਂਗਾ। ਮੈਂ ਬੀਜੇਪੀ ਜਦੋਂ ਬੀਜੇਪੀ ਦੇ ਸਾਰੇ ਕੈਡਰ ਨੇ ਜਦੋਂ ਬੀਜੇਪੀ ਦੇ ਸਾਰੇ ਕੈਡਰ ਨੇ ਕਾਂਗਰਸ ਨੂੰ ਵੋਟ ਪਾਈ, ਉਹ ਦੱਸਿਆ ਸੀ ਤੁਸੀਂ ਕਿਸੇ ਨੇ? ਕੀ ਗੱਲਾਂ ਕਰਦੇ ਹੋ ਸਾਰੇ? ਚਲੋ ਠੀਕ ਹੈ, ਸਿਆਸੀ ਐਲੀਗੇਸ਼ਨਸ ਨੇ ਸ਼ਾਇਦ ਜਾਰੀ ਰਹਿਣਗੇ। ਵੱਡੇ ਲੀਡਰ ਕਹਿੰਦੇ ਅਸੀਂ ਕਾਂਗਰਸ ਨੂੰ ਵੋਟ ਪਾਈ, ਦੱਸਿਆ ਸੀ ਕਿਸੇ ਨੇ? ਮੈਂ ਕਿਹਾ ਜਦੋਂ ਕਿਤੇ ਕੋਈ ਚਿੱਟਾ ਵੇਚਣ ਵਾਲਾ ਕੀ ਹੁੰਦਾ ਹੋਇਆ। ਮੈਂ ਮਾਫੀ ਚਾਹ ਰਿਹਾ, ਵਿਚਾਲੇ ਮੈਨੂੰ ਰੋਕਣਾ ਹੋਏਗਾ। ਹਾਂ ਸਰੀਨ ਸਾਹਿਬ, ਸੰਧਵਾ ਜੀ, ਮੈਨੂੰ ਵਿਚਾਲੇ ਰੋਕਣਾ ਹੋਏਗਾ, ਮਾਫੀ ਚਾਹੂੰਗਾ, ਮੇਰੇ ਕੋਲ ਸਮਾਂ ਖਤਮ ਹੋ ਰਿਹਾ ਹੈ। ਮਹਿਮਾਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੰਧੂ ਸਾਹਿਬ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਸੀ, ਉਹਨਾਂ ਦੀ ਕਾਲ ਕੱਟ ਗਈ। ਮੇਰਾ ਸਵਾਲ ਜ਼ਰੂਰ ਸੀ ਉਹਨਾਂ ਤੱਕ। ਖੈਰ ਸਿਆਸਤ ਹੈ, ਸਿਆਸਤ ਦੇ ਵਿੱਚ ਕੁਝ ਵੀ ਹੋ ਸਕਦਾ ਹੈ। ਜੋ ਜ਼ਿਕਰ ਕਰ ਰਹੇ ਨੇ ਕੁਲਤਾਨ ਜੀ, ਤਾਂ ਸਿਆਸਤ ਦੇ ਵਿੱਚ ਇਹ ਵੀ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦਾ ਗੱਠਜੋੜ ਹੋ ਜਾਵੇ, ਜਿਹੜਾ ਸੰਯੁਕਤ ਸਮਾਜ ਮੋਰਚਾ ਬਣਾਇਆ ਗਿਆ ਹੈ। ਇਹ ਪੋਸੀਬਿਲਿਟੀਜ਼ ਤਾਂ ਹੈਗੀਆਂ ਨੇ। ਬੇਸ਼ੱਕ ਸੰਧੂ ਸਾਹਿਬ ਇਹ ਜ਼ਿਕਰ ਕਰ ਰਹੇ ਸੀ, ਜੋ ਸੰਯੁਕਤ ਸਮਾਜ ਮੋਰਚੇ ਨੂੰ ਅੱਜ ਰਿਪਰੈਜ਼ੈਂਟ ਕਰ ਰਹੇ ਸਨ, ਕਿ ਅਸੀਂ ਤਾਂ ਕਿਹਾ ਕਿ 117 ਦੀ 117 ਸੀਟਾਂ ਤੇ ਲੜਾਂਗੇ। ਖੈਰ ਇਹ ਦਾਅਵਾ ਤਾਂ ਹਰ ਪੋਲੀਟੀਕਲ ਪਾਰਟੀ ਕਰਦੀ ਹੈ, ਪਰ 117 ਕੈਂਡੀਡੇਟ ਉਹਨਾਂ ਨੇ ਅਨਾਉਂਸ ਨਹੀਂ ਕੀਤੇ। ਦਿਲਚਸਪ ਇਹ ਵੀ ਹੈ ਕਿ ਖੰਨਾ ਵਾਲੀ ਸੀਟ ਤੋਂ ਆਮ ਆਦਮੀ ਪਾਰਟੀ ਨੇ ਵੀ ਹੁਣ ਤੱਕ ਆਪਣਾ ਉਮੀਦਵਾਰ ਐਲਾਨਿਆ ਨਹੀਂ ਹੈ। ਜੇ ਮੈਂ ਗਲਤ ਨਹੀਂ ਤਾਂ ਰਾਜੇਵਾਲ ਜਿਹੜਾ ਪਿੰਡ ਆਂਦਾ ਹੈ ਉਹ ਖੰਨਾ ਵਿਧਾਨ ਸਭਾ ਹਲਕੇ 'ਚ ਆਂਦਾ ਹੈ, ਅਗਰ ਮੈਂ ਗਲਤ ਨਹੀਂ ਤਾਂ ਉੱਥੇ ਵੀ ਟਿਕਟ ਦੀ ਅਨਾਉਂਸਮੈਂਟ ਅਜੇ ਨਹੀਂ ਹੋਈ ਹੈ। ਬਹੁਤ ਕੁਝ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ। ਕੀ ਹੋਏਗਾ, ਕਿਵੇਂ ਸਮੀਕਰਨ ਬਦਲਣਗੇ ਜਾਂ ਨਹੀਂ ਬਦਲਣਗੇ, ਕਿਸ ਨੂੰ ਫਾਇਦਾ ਕਿਸ ਨੂੰ ਨੁਕਸਾਨ, ਇਸ ਦੇ ਉੱਤੇ ਇਸੇ ਤਰ੍ਹਾਂ ਚਰਚਾ ਅੱਗੇ ਵੀ ਕਰਦੇ ਰਹਾਂਗੇ। ਪ੍ਰਾਈਮ ਟਾਈਮ ਦੇ ਵਿੱਚ ਅੱਜ ਦੇ ਲਈ ਇੰਨਾ।